ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਅੱਜ ਇੰਨੇ ਕਾਲੇ ਕਿਉਂ ਸੀ? ਨੇ ਕਾਲੇ ਨਹੀਂ, ਮੈਂ ਤਾਂ ਨਾ ਪਿਛਲੇ 1 ਘੰਟੇ ਤੋਂ ਹੈਰਾਨ ਆ ਵੀ ਕਰੀ ਕੀ ਜਾਂਦੇ ਹੋ, ਬੋਲੀ ਜਾਂਦੇ ਹੋ, ਪੁੜਪੜੀਆਂ ਵੱਜਦੀਆਂ। ਆ ਹੁਣ ਮੈਨੂੰ ਡੋਲੋ ਗੋਲੀ ਖਾਣੀ ਪੈਣੀ ਹੈ। ਨਹੀਂ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਕੁਝ ਨਹੀਂ ਹੁੰਦਾ। ਨੇ ਚਿੰਤਾ ਕਰੀ ਕਰਨੀ ਆ ਜੀ, ਹੁਣ ਤਾਂ ਹੋ ਗਿਆ ਜੋ ਹੁਣ ਅਸੀਂ। ਬਿਲਕੁਲ ਸਹੀ ਹੈ। ਚਲ ਕੋਈ ਗੱਲ ਨਹੀਂ ਟਾਣਾ ਸਾਹਿਬ, ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਆਉਂਦੇ ਨੇ। ਰੰਗ ਆਉਂਦੇ ਨਹੀਂ, ਲਿਆਦੇ ਜਾਂਦੇ ਨੇ। ਉਹਨਾਂ ਰੰਗਾਂ ਨੂੰ ਮੰਨਣਾ ਚਾਹੀਦਾ ਹੈ। ਨਹੀਂ ਵੈਸੇ ਨਾ ਸਾਰਾ ਦਫ਼ਤਰ ਹੈਰਾਨ ਆ ਵੀ ਅੱਜ ਹਰਮਨ ਜੀ ਨੇ ਖਾਧਾ ਕੀ ਆ। ਬੋਲੀ ਜਾਂਦੇ ਆ, ਬੋਲੀ ਜਾਂਦੇ ਆ। ਕਿੰਨੀਆਂ ਉੱਤਮ ਉੱਚ ਦਰਜੇ ਦੀਆਂ ਜਾਣਕਾਰੀਆਂ ਲੈ ਕੇ ਆਈਆਂ ਮੈਂ। ਹਾਂ, ਹੌਲੀ ਹੌਲੀ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਕਰੋ ਨੇ। ਫਿਰ। ਹਾਲੇ ਹੁਣੇ ਹੀ ਥੋੜੀ, ਹਾਲੇ ਤਾਂ ਸ਼ੁਰੂਆਤ ਹੋਈ ਹੈ। ਪਹਿਲਾਂ ਮੌਸਮ ਦੀ ਹਾਲ ਬਿਆਨੀ ਦੇਖੋ ਕਰਾਂਗੇ। ਪੰਜਾਬ ਦਾ ਮੌਸਮ ਠੀਕ ਆ ਬਈ, ਮੀਂਹ ਕਣੀ ਦੀ ਕਿਤੋਂ ਖਬਰ ਨਹੀਂ ਆਈ ਹਾਲ ਦੀ ਘੜੀ, ਪਰ ਉੱਤਰਾਖੰਡ ਦੇ ਵੱਲ, ਕੇਰਲ ਦੇ ਵੱਲ, ਨੇਪਾਲ ਦੇ ਵੱਲ ਤੇ ਕੁਝ ਕੁ ਹੋਰ ਥਾਵਾਂ ਦੇ ਵੱਲ ਕਹਿੰਦੇ ਆ ਵੀ ਉੱਥੇ ਲੋਕਾਂ ਦੀ ਮੌਤ ਹੋਈ ਆ ਕਿਉਂਕਿ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਆ। ਇੱਧਰ ਪਤਾ ਲੱਗਾ ਜੀ ਕਿ ਲਾਹੌਲ ਸਪੀਤੀ ਦੇ ਵਿੱਚ 1.5 ਫੁੱਟ ਬਰਫ਼ ਪੈ ਗਈ ਆ ਤੇ ਕਈ ਥਾਵਾਂ ਤੇ ਜ਼ਮੀਨਾਂ ਖਿਸਕ ਰਹੀਆਂ, ਪਹਾੜ ਖਿਸਕ ਰਹੇ ਆ, ਜਿਹਦੇ ਕਰਕੇ ਲੋਕਾਂ ਦੀ ਜ਼ਿੰਦਗੀ ਜ਼ੋਖਮ ਦੇ ਵਿੱਚ ਨਾ ਪਵੇ। ਤੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਵੀ ਭਾਈ ਹਾਲੇ ਰੁਕੋ, ਹਾਲੇ ਬਚੋ, ਹਾਲੇ ਰੁਕ ਕੇ ਆਇਓ। ਤੇ ਪੰਜਾਬ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਕਹਿੰਦੇ ਕਣੀਆਂ ਪੈ ਸਕਦੀਆਂ। ਇਹ ਹੁਣ ਸਮਾਂ ਦੱਸੂਗਾ ਵੀ ਪੈਂਦੀਆਂ ਕਿ ਨਹੀਂ, ਪਰ ਪੈਣੀਆਂ ਨਹੀਂ ਚਾਹੀਦੀਆਂ ਕਿਉਂਕਿ ਇਹ ਵੇਲਾ ਬਹੁਤ ਜ਼ਿਆਦਾ ਨਾਜ਼ੁਕ ਵੇਲਾ ਫਸਲਾਂ ਦੇ ਲਿਹਾਜ਼ ਨਾਲ। ਜੀ ਬਿਲਕੁਲ, ਇਸ ਲਈ ਇਹ ਬਿਲਕੁਲ ਮੌਸਮ ਖਰਾਬ ਨਹੀਂ ਹੋਣਾ ਚਾਹੀਦਾ। ਬਾਕੀ ਮੌਸਮ 'ਚ ਤਬਦੀਲੀ ਬਹੁਤ ਜ਼ਿਆਦਾ ਹੋ ਗਈ ਹੈ। ਹੁਣ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਹਰ ਰੋਜ਼ ਡਿੱਗ ਰਿਹਾ ਹੈ। ਰਾਤ ਨੂੰ ਤੇ ਤੜਕੇ ਸਾਰ ਦਿਨ ਵੇਲੇ ਠੰਡਕ ਹੁੰਦੀ ਹੈ, ਪਰ ਧੁੱਪ ਵੀ ਖਾਸੀ ਤਿੱਖੀ ਨਿਕਲਦੀ ਹੈ ਸਾਰਾ ਦਿਨ। ਸੋ ਖੈਰ, ਆਪਾਂ ਹੁਣ ਚੱਜ ਦੇ ਵਿਚਾਰ ਦੀ ਸਾਂਝ ਪਾਉਂਦੇ। ਦੇਖੋ ਵੀ ਚੱਜ ਦਾ ਵਿਚਾਰ ਇਹ ਆ ਕਿ ਹਮੇਸ਼ਾ ਸਹੀ, ਸੱਚ ਤੇ ਮੂੰਹ ਤੇ ਬੋਲੋ। ਹਮੇਸ਼ਾ ਹੀ ਸਹੀ, ਸੱਚ ਤੇ ਮੂੰਹ ਤੇ ਬੋਲੋ। ਜਿਹੜਾ ਤੁਹਾਡਾ ਆਪਣਾ ਆਇਆ ਉਹ ਸੁਣ ਲੂਗਾ ਤੇ ਜਿਹੜਾ ਨਹੀਂ ਆਪਣਾ ਤੇ ਉਹ ਭੱਜੂਗਾ। ਵਾਹ, ਇਹ ਫਿਰ ਐਂ ਬੰਦਾ ਪਰਖਿਆ ਜਾਣਾ ਵੀ ਜਿਹੜੀ ਗੱਲ ਆ ਨਾ, ਕਈ ਵਾਰੀ ਬੰਦਾ ਚੀਕਣੀ ਚੋਪੜੀ ਜੀ ਗੱਲ ਕਰਦਾ ਵੀ ਦੂਜੇ ਨੂੰ ਚੰਗੀ ਲੱਗੇ, ਪਰ ਆਲੋਚਕ ਆਪਦੇ ਬੰਦੇ ਨੂੰ ਪੈਦਾ ਕਰਨੇ ਚਾਹੀਦੇ ਸੱਭਿਅਕ ਤਰੀਕੇ ਨਾਲ ਗੱਲ ਕਰਨ ਵਾਲੇ, ਸਮਝਾਉਣ ਵਾਲੇ, ਰੱਖਣ ਵਾਲੇ। ਸੋ ਹਮੇਸ਼ਾ ਬੰਦੇ ਨੂੰ ਦੇਖ ਕੇ ਉਹਦੀ ਪਸੰਦ ਦੇ ਮੁਤਾਬਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਤੁਹਾਨੂੰ ਕਹਾਂ ਨਹੀਂ ਆਹ ਗੱਲ ਤੁਹਾਨੂੰ ਪਸੰਦ ਆ, ਐਂ ਕਹੀ ਜਾਣਾ। ਕਈ ਲੋਕ ਨਾ ਹੱਦ ਦਰਜੇ ਦੀ ਚਾਪਲੂਸੀ ਕਰਦੇ ਆ। ਉਹਨਾਂ ਨੂੰ ਜੇਕਰ ਮਾਲਕ ਕਵੇ ਵੀ ਬਾਹਰ ਮੀਂਹ ਪਈ ਜਾਂਦਾ, ਕਹਿਣਗੇ ਬਿਲਕੁਲ ਜੀ ਮੈਂ ਤਾਂ ਗੜੇ ਵੀ ਦੇਖ ਕੇ ਆਇਆ। ਉਹ ਬਾਹਰ ਕਹਿਣ ਜੀ ਕਿ ਦਿਨ ਦੇ ਵੇਲੇ ਤਾਰੇ ਨਿਕਲ ਕੇ, ਬਿਲਕੁਲ ਜੀ ਮੈਨੂੰ ਤਾਂ ਧਰੂ ਤਾਰਾ ਵੀ ਦਿਸ ਗਿਆ ਅੱਜ। ਉਹ ਮਗਰ ਉਵੇਂ ਹੀ ਕਹੀ ਜਾਣਗੇ। ਜੀ ਬਿਲਕੁਲ, ਪਰ ਇਹ ਧਰੂ ਤਾਰੇ ਬਹੁਤਾ ਦੇਰ ਟਿਕਦੇ ਨਹੀਂ ਹੁੰਦੇ। ਟਾਣਾ ਸਾਹਿਬ, ਦੋ ਹੀ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਲੋੜੋਂ ਵੱਧ ਮਿੱਠਾ ਮਿੱਠਾ ਬੋਲਣ ਵਾਲੇ, ਚਾਪਲੂਸੀ ਕਰਨ ਵਾਲੇ ਟਿਕਦੇ ਨਹੀਂ ਆ। ਜੇ ਟਿਕ ਜਾਣ ਤੇ ਉਹ ਫਿਰ ਮਾਲਕ ਨੂੰ ਨਹੀਂ ਟਿਕਣ ਦਿੰਦੇ ਹੁੰਦੇ, ਫਿਰ ਉਹ ਮਾਲਕ ਨੂੰ ਲੈ ਬੈਂਦੇ ਨੇ। ਇਸ ਲਈ ਵੈਸੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਹੀ ਗਲਤ ਦੀ ਪਰਖ ਦੱਸਣ ਵਾਲਾ, ਸਹੀ ਗਲਤ ਦੱਸਣ ਵਾਲਾ ਹੈ, ਤਾਂ ਫਿਰ ਤੁਸੀਂ ਜ਼ਿੰਦਗੀ 'ਚ ਸਹੀ ਲੀਹ ਦੇ ਉੱਪਰ, ਸਹੀ ਰਸਤੇ ਦੇ ਉੱਪਰ ਤੁਰਦੇ ਹੋ। ਜੇਕਰ ਤੁਸੀਂ ਮਤਲਬ ਗਲਤ ਰਾਹ ਤੇ ਹੋ ਤੇ ਚਾਪਲੂਸੀ ਵਾਲਾ ਮਗਰ ਕਹੀ ਜਾਂਦਾ ਨਹੀਂ ਸ਼ਾਬਾਸ਼ ਹੈ ਜੀ, ਬਹੁਤ ਵਧੀਆ ਜੀ, ਇੱਧਰ ਹੀ ਜਾਣਾ ਚਾਹੀਦਾ ਸੀ ਜੀ, ਤੇ ਫਿਰ ਤੂੰ ਹੀ ਕਰ ਸਕਦਾ ਸੀ ਬਸ ਜੀ, ਫਿਰ ਇਹੋ ਜੀ ਕਮਾਲ ਕਦੇ ਹੋਈ ਨਹੀਂ ਸੀ। ਬਿਲਕੁਲ, ਤੇ ਫਿਰ ਤੁਹਾਡੀ ਵੀ ਜ਼ਿੰਦਗੀ ਨਰਕ ਹੈ ਤੇ ਅਗਲੇ ਨੇ ਰਹਿੰਦੀ ਖੁੰਦੀ ਹੋਰ ਬਣਾ ਦੇਣੀ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ। ਟਾਣਾ ਸਾਹਿਬ, ਜ਼ਿੰਦਗੀ ਦੇ ਵਿੱਚ ਹਮੇਸ਼ਾ ਉਤਾਰ ਚੜਾਅ ਆਉਂਦੇ ਰਹਿੰਦੇ ਨੇ। ਬਹੁਤੀ ਵਾਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੋ ਕੁਝ ਮੇਰੇ ਨਾਲ ਹੋ ਰਿਹਾ ਸ਼ਾਇਦ ਮੇਰੇ ਨਾਲ ਹੀ ਹੋ ਰਿਹਾ, ਹੋਰ ਕਿਸੇ ਨਾਲ ਤਾਂ ਹੁੰਦਾ ਨਹੀਂ। ਪਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਚੰਗਾ ਮਾੜਾ ਵਕਤ ਆਉਂਦਾ ਜਾਂਦਾ ਰਹਿੰਦਾ ਹੈ। ਸੋ ਕਹਿੰਦੇ ਜੇਕਰ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਸੀਂ ਨਰਕ ਦੇ ਵਿੱਚੋਂ ਦੀ ਨਿਕਲ ਰਹੇ ਹੋ, ਜੇ ਮੰਨ ਲਓ ਤੁਸੀਂ ਨਰਕ ਦੇ ਵਿੱਚੋਂ ਨਿਕਲ ਰਹੇ ਹੋ, ਇਧਰਲੇ ਪਾਸੇ ਕਹਿੰਦੇ ਵੀ ਤੇਲ ਦਾ ਕੜਾਇਆ ਉੱਬਲ ਲਿਆ, ਇਧਰਲੇ ਪਾਸੇ ਕਹਿੰਦੇ ਵੀ ਬੰਦੇ ਨੂੰ ਹੋਰ ਸਜ਼ਾਵਾਂ ਦਿੱਤੀਆਂ ਜਾ ਰਹੀਆਂ, ਜਿਵੇਂ ਕਿ ਧਾਰਨਾਵਾਂ ਬਣੀਆਂ ਵੀ ਭਾਈ ਨਰਕ ਦੇ ਵਿੱਚ ਐਦਾਂ ਪੀੜ ਦਿੰਦੇ ਆ ਗੰਨੇ ਵਾਂਗੂ। ਜੇਕਰ ਇਦਾਂ ਦੀ ਗੱਲ ਵੀ ਹੈ, ਕੋਈ ਪਰਵਾਹ ਨਹੀਂ ਕਰਨੀ। ਅੱਛਾ, ਹਾਂਜੀ। ਹਾਂ, ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਤੁਸੀਂ ਨਰਕ ਦੇ ਵਿੱਚੋਂ ਦੀ ਨਿਕਲ ਰਹੇ ਹੋ ਤਾਂ ਰੁਕੋ ਨਾ ਰੁਕੋ, ਪਰੇ ਕਰਦੇ ਜਾਓ ਸਭ ਕੁਝ ਨੂੰ। ਹਾਂ, ਤੁਰਦੇ ਜਾਓ, ਆਪੇ ਸਵਰਗ ਵੱਲ ਨਿਕਲ ਜਾਓਗੇ। ਬਿਲਕੁਲ ਸਹੀ। ਅੱਛਾ, ਕੀ ਹੋਇਆ? ਠੀਕ ਆ। ਹਾਂ, ਇਹੀ ਕਹਿਣਾ ਸੀ ਮੈਂ, ਕਿਉਂਕਿ ਜੇਕਰ ਅਸੀਂ ਰੁਕ ਕੇ ਉਸ ਸਮੇਂ ਦੇ ਬਾਰੇ 'ਚ ਹੀ ਸੋਚਣ ਲੱਗ ਜਾਾਂਗੇ ਵੀ ਹਾਏ ਕਿੰਨਾ ਮਾੜਾ ਸਮਾਂ, ਹਾਏ ਇਹ ਤਾਂ ਨਰਕ ਹੀ ਜ਼ਿੰਦਗੀ ਦੇ ਵਿੱਚ ਭੋਗ ਰਹੇ ਆ, ਤੇ ਫਿਰ ਤੁਸੀਂ ਉਸ ਨਰਕ ਦੇ ਵਿੱਚ ਹੀ ਰਹਿ ਜਾਓਗੇ। ਜੇ ਤੁਸੀਂ ਇਹ ਠਾਣ ਲਓਗੇ ਕਿ ਨਹੀਂ, ਮੈਂ ਇਸ ਸਭ ਕੁਝ ਨੂੰ ਪਿੱਛੇ ਕਰਕੇ ਇੱਕ ਚੰਗੀ ਜ਼ਿੰਦਗੀ ਜਿਉਣੀ ਹੈ, ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ, ਜ਼ਿੰਦਗੀ 'ਚ ਕੁਝ ਹਾਸਲ ਕਰਨਾ ਹੈ, ਤਾਂ ਫਿਰ ਸਬਰ ਦੇ ਨਾਲ ਅੱਗੇ ਵੱਧਦੇ ਜਾਓ। ਤੁਹਾਡੇ ਕਹਿਣ ਦਾ ਭਾਵ ਇਹ ਵੀ ਜ਼ਿੰਦਗੀ ਦੇ ਵਿੱਚ ਸੰਕਟ ਆਉਂਦੇ ਰਹਿੰਦੇ ਆ, ਉਹਨਾਂ ਸੰਕਟਾਂ ਦੇ ਮੂਹਰੇ ਝੁਕਣਾ ਨਹੀਂ ਚਾਹੀਦਾ, ਰੁਕਣਾ ਨਹੀਂ ਚਾਹੀਦਾ। ਲਗਾਤਾਰ ਅੱਗੇ ਤੋਂ ਅੱਗੇ ਵਧਦੇ ਜਾਓ, ਆਪੇ ਸੰਕਟ ਦੂਰ ਹੁੰਦੇ ਜਾਂਦੇ ਆ। ਤੇ ਜਿਹੜੀ ਤੁਹਾਨੂੰ ਅਸਫਲਤਾ ਦਿਸਦੀ ਹੁੰਦੀ ਹੈ,
ਜਿਹੜੀ ਤੁਹਾਨੂੰ ਨਾ ਪੱਖੀ ਗੱਲ ਲੱਗਦੀ ਹੁੰਦੀ ਹੈ ਹੌਲੀ ਹੌਲੀ ਹਾਂ ਪੱਖੀ ਹੋ ਜਾਂਦੀ ਹੈ, ਹੌਲੀ ਹੌਲੀ ਅਸਫਲਤਾ ਸਫਲਤਾ ਦੇ ਵਿੱਚ ਬਦਲ ਜਾਂਦੀ ਹੈ। ਸੋ ਨਰਕ ਦੀ ਗੱਲ ਇਹ ਸੀ, ਸਵਰਗ ਦਾ ਗੱਲ ਮਤਲਬ ਇਹ ਸੀਗਾ ਤੁਹਾਡਾ। ਜੀ ਬਿਲਕੁਲ ਸਹੀ, ਬਹੁਤ ਵਧੀਆ ਗੱਲ ਕੀਤੀ, ਸ਼ੁਕਰੀਆ। ਹਰਮਨ ਜੀ ਤੜਕੇ ਤੜਕੇ ਇੱਕ ਵੀਡੀਓ ਸਾਹਮਣੇ ਆ ਗਈ। ਕਾਦੀ ਜੀ? ਇੱਕ ਥਾਂ ਦੇ ਉੱਤੇ ਨਾ ਕਾਂਗਰਸ ਦੇ ਵਿਧਾਇਕ ਹੈਗੇ ਭੂਆ ਖੇਤਰ ਤੋਂ, ਤੇ ਉਹਨਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਆ, ਮਾਈਕ ਉਹਨਾਂ ਨੇ ਹੱਥ ਦੇ ਵਿੱਚ ਫੜਿਆ ਤੇ ਉਹ ਕੁਝ ਕੁ ਗੱਲਾਂ ਕਰ ਰਹੇ ਵੀ ਭਾਈ ਵੋਟਾਂ ਕਿਵੇਂ ਪੈਂਦੀਆਂ, ਜਾਂ ਉਹਨਾਂ ਨੇ ਆਪਦੇ ਬਾਰੇ ਕੋਈ ਚੰਗੇ ਕੀਤੇ ਕੰਮ ਦੱਸ ਰਹੇ ਹੋਣਗੇ, ਜਾਂ ਕੁਝ ਵੀ ਕੋਈ ਹੋਰ ਗੱਲ ਕਰ ਰਹੇ ਹੋਣੇ ਆ। ਤੇ ਅਚਾਨਕ ਉੱਥੇ ਇੱਕ ਮੁੰਡਾ ਆਉਂਦਾ ਜਿਹਨੂੰ ਪਹਿਲਾਂ ਪੁਲਿਸ ਵਾਲੇ ਪਿੱਛੇ ਨੂੰ ਡੱਕ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ, ਬਾਅਦ ਦੇ ਵਿੱਚ ਵਿਧਾਇਕ ਸਾਹਿਬ ਕਹਿੰਦੇ ਵੀ ਆ ਜਾਣ ਦਿਓ। ਤੇ ਜਦੋਂ ਮੁੰਡਾ ਕੋਲੇ ਆਉਂਦਾ ਤੇ ਉਹ ਆ ਕੇ ਵਿਧਾਇਕ ਨੂੰ ਕਹਿੰਦਾ ਵੀ ਤੂੰ ਕੀ ਕੀਤਾ, ਤੂੰ ਹੁਣ ਤੱਕ ਕੀ ਕੀਤਾ? ਤੇ ਫਿਰ ਵਿਧਾਇਕ ਉਹਨੇ ਚਪੇੜਾ ਮਾਰਦੇ ਕਿਤੇ। ਇੰਨੀ ਗੱਲ ਤੋਂ ਬਾਅਦ ਚਪੇੜਾਂ ਸ਼ੁਰੂ ਹੋ ਜਾਂਦੀਆਂ। ਅੱਛਾ ਜੀ। ਤੇ ਨਾਲ ਪੁਲਿਸ ਮੁਲਾਜ਼ਮ ਵੀ ਕੁੱਟਦੇ ਆ, ਤੇ ਜਿਹੜੇ ਉੱਥੇ ਤਾੜੀਆਂ ਮਾਰਨ ਵਾਲੇ ਤੇ ਕਈ ਉਹ ਵੀ ਨਾਲ ਲੱਗੇ ਪਏ ਆ। ਮਤਲਬ ਇਹ ਆ ਵੀ ਜੇਕਰ ਕਿਸੇ ਨੇ ਤੂੰ ਕਹਿਤਾ, ਹਾਲਾਂਕਿ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਕਹੋ, ਵਿਧਾਇਕ ਨੂੰ ਵੀ ਚਾਹੀਦਾ, ਆਮ ਬੰਦੇ ਨੂੰ ਵੀ ਚਾਹੀਦਾ, ਘਰ ਦੇ ਵਿੱਚ ਵੀ ਚਾਹੀਦਾ, ਬਾਹਰ ਵੀ ਚਾਹੀਦਾ, ਤੁਸੀਂ ਹੁਣ ਤੱਕ ਕੀ ਕੀਤਾ ਇਹਦੇ ਬਾਬਤ ਤਰੀਕੇ ਨਾਲ ਸਵਾਲ ਪੁੱਛਿਆ ਜਾਵੇ। ਪਰ ਤੂੰ ਤੜਕ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਪਰ ਜੇਕਰ ਮੁੰਡੇ ਨੇ ਸਵਾਲ ਪੁੱਛਿਆ ਤਾਂ ਉਹਨੂੰ ਇਹ ਗੱਲ ਕਹਿਣਾ ਚਾਹੀਦਾ ਵੀ ਬੇਟਾ ਇਹ ਦੱਸ ਵੀ ਅਸੀਂ ਕੀ ਨਹੀਂ ਕੀਤਾ, ਮੈਂ ਹਲਕੇ ਦੇ ਲਈ ਆਹ ਕੰਮ ਕੀਤੇ ਆ, ਕੀ ਨਹੀਂ ਮੈਂ ਕੰਮ ਕੀਤਾ। ਜੇ ਤਾਂ ਉਹਨੇ ਕੋਈ ਗਾਲ ਕੱਢੀ ਹੋਵੇ, ਉਹਨੇ ਅਪਸ਼ਬਦਾਂ ਦੀ ਵਰਤੋਂ ਕੀਤੀ ਹੋਵੇ, ਫਿਰ ਤਾਂ ਬਹੁਤ ਮਾੜੀ ਗੱਲ ਆ। ਬਿਲਕੁਲ। ਫਿਰ ਵੀ ਪੁਲਿਸ ਦਾ ਕੰਮ ਆ ਵੀ ਭਾਈ ਉਹ ਉਹਦੇ ਮੁਤਾਬਕ ਕਾਰਵਾਈ ਕਰੇ। ਹਾਂ, ਤੁਸੀਂ ਉਹਨੂੰ ਫੜ ਕੇ ਲੈ ਜਾਓ ਉੱਥੋਂ, ਤੁਸੀਂ ਉਹਨੂੰ ਪਾਸੇ ਕਰ ਦਿਓ ਉੱਥੋਂ। ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਹੋ ਕਿ ਬੇਟਾ ਸਭਿਅਕ ਤਰੀਕੇ ਨਾਲ ਗੱਲ ਕਰੋ, ਬੇਟਾ ਇਸ ਤਰੀਕਾ ਨਹੀਂ ਆ ਬੋਲਣ ਦਾ। ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜੇਕਰ ਤੁਸੀਂ ਚੱਜ ਨਾਲ ਸਵਾਲ ਨਹੀਂ ਕਰ ਰਹੇ ਹੋ, ਮੈਂ ਜਵਾਬ ਨਹੀਂ ਦਿਆਂਗਾ, ਕੁਝ ਵੀ ਕਹਿ ਸਕਦੇ ਹੋ। ਪਰ ਚਪੇੜਾਂ ਮਾਰਨੀਆਂ, ਹੱਥ ਚੁੱਕਣਾ ਕਿਤੇ ਵੀ ਵਾਜਬ ਨਹੀਂ ਆ। ਤੇ ਹੈਰਾਨੀ ਦੀ ਗੱਲ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਅੰਗ ਰੱਖਿਅਕ ਆ, ਉਹ ਵੀ ਨਾਲ ਲੱਗ ਕੇ ਕੁੱਟ ਰਹੇ ਆ ਵੀ ਤੁਸੀਂ ਤਾਂ ਪੁਲਿਸ ਮੁਲਾਜ਼ਮ ਆ, ਤੁਸੀਂ ਤਾਂ ਗਲਤ ਸਹੀ ਦੀ ਪਰਖ ਕਰਨ ਵਾਲੇ ਆ। ਜੇ ਤੁਸੀਂ ਨਾਲ ਜੁੜੇ ਆ ਕਿਸੇ ਵੀ ਵਿਧਾਇਕ ਦੇ, ਕਿਸੇ ਵੀ ਨੇਤਾ ਦੇ, ਤੇ ਜਿਹੜਾ ਵੀ ਉਹਨੂੰ ਸਵਾਲ ਕਰੂਗਾ ਤੁਸੀਂ ਉਹਨੂੰ ਢਾਲੋਗੇ, ਤੁਸੀਂ ਉਹਨੂੰ ਕੁੱਟਣ ਲੱਗ ਜਾਓਗੇ। ਨਾਲੇ ਦੇਖੋ, ਲੋਕਾਂ ਦਾ ਹੱਕ ਹੈ, ਲੋਕਾਂ ਨੇ ਸਵਾਲ ਪੁੱਛਣੇ ਨੇ, ਲੋਕਾਂ ਨੇ ਵੋਟਾਂ ਪਾਈਆਂ ਨੇ, ਲੋਕੀ ਟੈਕਸ ਦੇ ਰਹੇ ਨੇ, ਲੋਕੀ ਤੁਹਾਡਾ ਘਰ ਚਲਾ ਰਹੇ ਨੇ। ਘਰ ਚਲਾ ਰਹੇ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਲੋਕ ਜਿਹੜਾ ਟੈਕਸ ਦਾ ਪੈਸਾ ਦਿੰਦੇ ਆ ਉਹਦੇ ਚੋਂ ਹੀ ਤੁਹਾਡੀਆਂ ਤਨਖਾਹਾਂ ਆਉਂਦੀਆਂ ਨੇ। ਸੋ ਲੋਕਾਂ ਨੂੰ ਹੱਕ ਹੈ ਜਾਣਨ ਦਾ। ਹਾਂ ਠੀਕ ਹੈ, ਤਰੀਕਾ ਸੱਭਿਅਕ ਹੋਣਾ ਚਾਹੀਦਾ ਹੈ, ਸਹੀ ਤਰੀਕੇ ਨਾਲ ਸਵਾਲ ਕਰੋ, ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ ਕਦੇ ਵੀ ਕੁਝ ਨਹੀਂ ਕਰਨਾ ਚਾਹੀਦਾ। ਹਰੇਕ ਨਾਲ ਉਹ ਸਿਆਣੇ ਕਹਿੰਦੇ ਜੀ ਕਹੋ ਜੀ ਕਹਾਓ, ਹਨਾ, ਸੱਭਿਅਕ ਤਰੀਕਾ ਹੋਣਾ ਚਾਹੀਦਾ। ਪਰ ਇਹਦਾ ਮਤਲਬ ਇਹ ਵੀ ਨਹੀਂ ਆ ਕਿ ਤੁਸੀਂ ਕਿਸੇ ਨੂੰ ਵੀ ਢਾਲੋ, ਕਿਸੇ ਨੂੰ ਵੀ ਚਪੇੜਾ ਮਾਰ ਦਿਓ। ਮੇਰੀ ਬੇਨਤੀ ਆ ਸਮੂਹ ਪੰਜਾਬੀਆਂ ਨੂੰ ਵੀ ਆ ਉਹ ਵੇਲਾ ਜਦੋਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੱਧ ਤੋਂ ਵੱਧ ਸਵਾਲ ਪੁੱਛਣੇ ਚਾਹੀਦੇ। ਜੀ ਬਿਲਕੁਲ। ਸੱਭਿਅਕ ਤਰੀਕੇ ਦੇ ਨਾਲ ਹਰ ਵਿਧਾਇਕ ਨੂੰ ਸਵਾਲ ਪੁੱਛੇ ਜਾਣ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ, ਵਿਰੋਧੀ ਪਾਰਟੀ ਦਾ ਹੋਵੇ, ਅਕਾਲੀ ਦਲ ਦਾ ਹੋਵੇ, ਆਮ ਆਦਮੀ ਪਾਰਟੀ ਦਾ ਹੋਵੇ, ਬੀਜੇਪੀ ਦਾ ਹੋਵੇ, ਕਾਂਗਰਸ ਦਾ ਹੋਵੇ, ਲੋਕ ਇਨਸਾਫ ਪਾਰਟੀ ਦਾ ਹੋਵੇ। ਉਹਨਾਂ ਨੂੰ ਤਿੱਖੇ ਸਵਾਲ ਪੁੱਛਣੇ ਚਾਹੀਦੇ ਆ, ਪਰ ਤੂੰ ਤੜਕ ਨਹੀਂ ਕਰਨੀ ਚਾਹੀਦੀ। ਤਰਕ ਦੇ ਨਾਲ, ਤਹਿਜ਼ੀਬ ਦੇ ਨਾਲ, ਮਰਿਆਦਾ ਦੇ ਮੁਤਾਬਕ, ਸੰਜੀਦਗੀ ਦੇ ਨਾਲ ਸਵਾਲ ਪੁੱਛੇ ਜਾਣ ਕਿ ਤੁਸੀਂ ਆਹ ਵਾਅਦੇ ਕੀਤੇ ਸੀ, ਇਹਦੇ ਵਿੱਚੋਂ ਇਹ ਦੱਸੋ ਜਨਾਬ ਕਿਹੜਾ ਕਿਹੜਾ ਪੂਰਾ ਕੀਤਾ। ਤੁਸੀਂ ਪਿਛਲੇ ਪੌਣੇ 5 ਵਰਿਆਂ ਦੇ ਵਿੱਚ ਸਾਡੇ ਪਿੰਡ ਦੇ ਲਈ, ਸਾਡੇ ਕਸਬੇ ਲਈ, ਸਾਡੇ ਸ਼ਹਿਰ ਲਈ ਕੀ ਕੀਤਾ, ਕਿੰਨਾ ਕੁ ਤੁਹਾਡਾ ਇੱਥੇ ਗਰੰਟਾਂ ਜਾਰੀ ਹੋਈਆਂ, ਉਹਨਾਂ ਗਰੰਟਾਂ ਦੇ ਵਿੱਚੋਂ ਕਿੰਨੇ ਪੈਸੇ ਇੱਥੇ ਲੱਗੇ ਆ, ਇਹਦੇ ਬਾਬਤ ਸਾਨੂੰ ਤਰਕ ਦੇ ਨਾਲ ਵੇਰਵਾ ਦਿਓ। ਤੇ ਜੇਕਰ ਕੋਈ ਢਾ ਲਵੇ ਤੇ ਫਿਰ ਉਹਨੂੰ ਕਹਿ ਦਿਓ ਵੀ ਭਾਈ ਤੁਹਾਨੂੰ ਇੱਕੋ ਹੀ ਸਜ਼ਾ ਵੀ ਹੁਣ ਨਹੀਂ ਵੋਟਾਂ ਪਾਉਂਦੇ। ਹਾਂ, ਨਾਲੇ ਗੱਲ ਇਹ ਵਿਧਾਇਕਾਂ ਨੂੰ ਵੀ ਚਾਹੀਦਾ ਕਿ ਜੇਕਰ ਕੋਈ ਸਵਾਲ ਕਰ ਰਿਹਾ, ਤੁਸੀਂ ਸਵਾਲ ਦਾ ਸਹੀ ਤਰੀਕੇ ਨਾਲ ਜਵਾਬ ਦਿਓ। ਜੇ ਅਸੀਂ ਕਹਿੰਦੇ ਆ ਕਿ ਤਰਕ ਨਾਲ ਸਵਾਲ ਹੋਣੇ ਚਾਹੀਦੇ ਆ, ਤੇ ਫਿਰ ਅਸੀਂ ਇਹ ਵੀ ਕਹਿੰਦੇ ਆ ਤਰਕ ਨਾਲ ਜਵਾਬ ਵੀ ਦਿੱਤੇ ਜਾਣੇ ਚਾਹੀਦੇ ਆ। ਤੁਸੀਂ ਐਵੇਂ ਕਿਸੇ ਨੂੰ ਕੋਲ ਤੈਨੂੰ ਦੇਖ ਲਊਂਗਾ, ਤੁਸੀਂ ਐਵੇਂ ਕਿਸੇ ਨੂੰ ਡਰਾ ਦਿਓ, ਤੁਸੀਂ ਐਵੇਂ ਕਿਸੇ ਨੂੰ ਆਪਣੀ ਜਿਹੜੀ ਟੌਰ ਆ ਉਹ ਵਿਖਾ ਦਿਓ, ਹਨਾ, ਆਪਣੇ ਅਹੁਦੇ ਦੇ ਬਾਰੇ ਚ ਗੱਲਾਂ ਕਰਕੇ ਉਹਨੂੰ ਧਮਕਾ ਦਿਓ, ਇਹ ਕਿਤੇ ਵੀ ਵਾਜਬ ਨਹੀਂ। ਮੈਂ ਹੈਰਾਨ ਹਰਮਨ ਜੀ ਵੀ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿੱਚ ਵੀ ਇਦਾਂ ਹੁੰਦਾ। ਉੱਥੇ ਤਾਂ ਇਹ ਕਹਿੰਦੇ ਵੀ ਸਾਨੂੰ ਸਵਾਲ ਕਰੋ, ਮਾੜਾ ਜਿਹਾ ਕਿਸੇ ਦੇ ਉੱਤੇ ਦੋਸ਼ ਲੱਗੇ ਨਾ ਵੀ ਭਾਈ ਇਹਨੇ ਆਹ ਕੰਮ ਕੀਤਾ, ਉਹ ਨਾਲ ਦੀ ਨਾਲ ਹੀ ਆਪਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਹਿੰਦਾ ਵੀ ਮੈਂ ਇਸ ਅਹੁਦੇ ਤੋਂ ਉਹਨਾਂ ਚਿਰ ਪਾਸੇ ਰਹੂੰਗਾ ਜਿੰਨੀ ਦੇਰ ਤੱਕ ਨਿਰਪੱਖ ਤਰੀਕੇ ਨਾਲ ਪੜਤਾਲ ਨਹੀਂ ਹੁੰਦੀ। ਜੇ ਮੈਨੂੰ ਕਲੀਨ ਚਿੱਟ ਮਿਲ ਗਈ ਤਾਂ ਮੈਂ ਦੁਬਾਰਾ ਅਹੁਦਾ ਸੰਭਾਲ ਲੂੰ, ਨਹੀਂ ਤਾਂ ਮੈਂ ਇਸ ਅਹੁਦੇ ਦਾ ਹੱਕਦਾਰ ਨਹੀਂ। ਇੱਥੇ ਬੰਦਾ ਪਿੱਟਦਾ ਮਰ ਜਾਂਦਾ, ਲਾਸ਼ਾਂ ਜਿਹੜੀਆਂ ਉਹ ਸੜਕ ਦੇ ਵਿਚਾਲੇ ਰੱਖੀਆਂ ਹੁੰਦੀਆਂ, ਮੰਤਰੀ ਦੇ, ਵਿਧਾਇਕ ਦੇ, ਹੋਰ ਚੁਣੇ ਹੋਏ ਨੁਮਾਇੰਦਿਆਂ ਦੇ ਘਰ ਦੇ ਮੂਹਰੇ ਰੱਖਣੀਆਂ ਪੈਂਦੀਆਂ ਵੀ ਇਹਦਾ ਅਸਤੀਫਾ ਲਓ, ਇਹਦਾ ਅਸਤੀਫਾ ਲਓ। ਪਰ ਉਹ ਕਹਿੰਦਾ ਨਾ, ਮੇਰੀ ਕੁਰਸੀ ਮੇਰੇ ਨਾਲ ਹੀ ਫੂਕੋ, ਮੈਂ ਨਹੀਂ ਜਾਂਦਾ ਇੱਥੋਂ। ਬਿਲਕੁਲ ਸਹੀ ਹੈ। ਤੁਹਾਨੂੰ ਚੇਤੇ ਹੋਏਗਾ ਟਾਣਾ ਸਾਹਿਬ, ਜਦੋਂ ਆਪਾਂ ਨਿਊਜ਼ੀਲੈਂਡ ਦੇ ਵਿੱਚ ਸੀ, ਉੱਥੇ ਜਦੋਂ ਲੋਕਡਾਊਨ ਲੱਗਿਆ ਹੋਇਆ ਸੀ ਤੇ ਇੱਕ ਮੰਤਰੀ ਦੇ ਵੱਲੋਂ ਜਦੋਂ ਲੋਕਡਾਊਨ ਦੇ ਨਿਯਮਾਂ ਨੂੰ ਤੋੜਿਆ ਗਿਆ, ਡੇਵਿਡ ਕਲਾਰਕ ਜੀ, ਤੇ ਫਿਰ ਉਸ ਤਰੀਕੇ ਦੇ ਨਾਲ ਹੀ ਐਕਸ਼ਨ ਲਿਆ ਗਿਆ ਉਹਦੇ ਉੱਪਰ, ਜਿਸ ਤਰੀਕੇ ਨਾਲ ਆਮ ਲੋਕਾਂ ਤੇ ਲਿਆ ਜਾਣਾ ਸੀ। ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਤੇ ਉਹਨਾਂ ਨੇ ਵੀ ਅੱਗਿਓਂ ਚੁੱਪ-ਚਪੀਤੇ ਕਿਹਾ ਕਿ ਹਾਂਜੀ ਮੇਰੀ ਗਲਤੀ ਹੈ ਤੇ ਅਸਤੀਫਾ ਦੇ ਦਿੱਤਾ। ਤੇ ਜੇ ਕਿਤੇ ਪੰਜਾਬ ਦੇ ਵਿੱਚ ਕੋਈ ਹੁੰਦਾ ਜਾਂ ਭਾਰਤ ਦੇ ਵਿੱਚ ਹੁੰਦਾ, ਉਹਨੇ ਕਹਿਣਾ ਸੀ ਜੇ ਅੱਛਾ
ਮੈਨੂੰ ਹੁਣ ਕਹਿੰਦੇ ਅਸਤੀਫਾ ਦਿੰਨੇ ਆ, ਤੁਹਾਡੇ ਮੈਂ ਪੋਤੜੇ ਫਰੋਲ ਦੂੰ, ਮੈਂ press conference ਆ ਕੁਝ ਕਰੂੰ। ਕਰਦੇ ਰਹੇ ਆ। ਮੇਰਾ ਇਸ ਪਾਰਟੀ 'ਚ ਦਮ ਘੁੱਟਦਾ, ਮੇਰੇ ਹਲਕੇ ਦੇ ਮਸਲੇ ਹੱਲ ਨਹੀਂ ਹੁੰਦੇ, ਮੇਰੇ ਕਹੇ ਦੇ ਮੁਤਾਬਕ ਕੋਈ ਗੱਲ ਨਹੀਂ ਕੀਤੀ ਗਈ, ਇਹ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕ ਆ, ਮੈਂ ਹੱਕ ਸੱਚ ਦੀ ਲੜਾਈ ਲੜਦਾ। ਮੈਂ ਦੂਜੀ ਪਾਰਟੀ 'ਚ ਜਾਊਂ ਤੇ ਮੈਂ ਆਪਦੇ ਸਮਰਥਕਾਂ ਦੇ ਨਾਲ ਕੱਲ ਨੂੰ ਮੀਟਿੰਗ ਕਰੂੰਗਾ ਹੁਣ, ਤੇ ਪਰਸੋਂ ਮੈਂ ਇਹਨਾਂ ਨੂੰ ਦਿਖਾਊਂ ਤਾਰੇ। ਇੱਥੇ ਆ ਗੱਲ ਕਹਿਣੀ ਸੀ। ਪਤਾ ਨਹੀਂ ਕਿਹੜੇ ਸਮਰਥਕਾਂ ਨਾਲ ਮੀਟਿੰਗ ਕਰ ਜਾਂਦੇ ਆ, ਕਦੇ ਇਹ ਨਹੀਂ ਸਮਝ ਆਇਆ ਜੀ। ਹਰਮਨ ਜੀ, ਮੈਨੂੰ ਨਾ ਇੱਕ ਗੱਲ ਚੇਤੇ ਆ ਗਈ, ਕਹਿੰਦੇ ਇੱਕ ਵਾਰੀ ਨਾ ਇੱਕ ਜਾਪਾਨ ਦੇ ਮੰਤਰੀ ਨੂੰ ਜਾਂ ਕਿਸੇ ਵੀ ਹੋਰ ਵਿਕਸਿਤ ਦੇਸ਼ ਦੇ ਮੰਤਰੀ ਨੂੰ ਸਵਾਲ ਪੁੱਛਿਆ ਗਿਆ, ਕਹਿੰਦੇ ਵੀ ਤੁਹਾਡਾ ਦੇਸ਼ ਇੰਨੀ ਤਰੱਕੀ ਕਿਵੇਂ ਕਰ ਰਿਹਾ, ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਤੁਸੀਂ ਲਗਾਤਾਰ ਅੱਗੇ ਤੋਂ ਅੱਗੇ ਵਧ ਰਹੇ ਆ। ਉਹ ਮੰਤਰੀ ਕਹਿੰਦਾ ਜੀ ਸਾਡੇ ਕੋਲੇ ਦੋ ਤਰੀਕੇ ਹੁੰਦੇ ਆ। ਇੱਕ ਤਾਂ ਤਰੀਕਾ ਇਹ ਹੁੰਦਾ ਕਿ ਅਸੀਂ ਇਮਾਨਦਾਰੀ ਦੇ ਨਾਲ ਜਿਹੜੇ ਲੋਕਾਂ ਨੇ ਚੁਣਿਆ ਉਹਨਾਂ ਦੀ ਸੇਵਾ ਕਰਗੇ, ਦਿਨ ਰਾਤ ਮਿਹਨਤ ਕਰਗੇ, ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਈਏ, ਲੋਕਾਂ ਨੂੰ ਸੰਤੁਸ਼ਟ ਕਰਗੇ, ਤੇ ਲੋਕ ਸਾਡੇ ਬਾਰੇ ਆਪੇ ਸੋਚਦੇ ਵੀ ਦੁਬਾਰਾ ਇਹਨੂੰ ਹੀ ਚੁਣਨਾ। ਤੇ ਅਸੀਂ ਜੇਕਰ ਲੋਕਾਂ ਬਾਰੇ ਸੋਚਾਂਗੇ ਪਹਿਲਾ ਫਰਜ਼ ਇਹ ਸਾਡਾ ਬਣਦਾ। ਉਹ ਕਹਿੰਦਾ ਦੂਜਾ ਸਾਡੇ ਕੋਲੇ ਇਹ ਹੁੰਦਾ ਤਰੀਕਾ ਵੀ ਅਸੀਂ ਲੁੱਟ ਖੋਹ ਕਰਗੇ, ਅਸੀਂ ਲੋਕਾਂ ਦੀਆਂ ਭਾਵਨਾਵਾਂ ਤੇ ਸੱਟ ਮਾਰ ਗਏ, ਅਸੀਂ ਲੋਕਾਂ ਦਾ ਕੋਈ ਮਸਲਾ ਹੱਲ ਨਾ ਕਰਗੇ, ਬੈਂਕ ਬੈਲੈਂਸ ਮੋਟੇ ਕਰ ਲਈਏ, ਕਾਰਾਂ ਝੂਟ ਕੇ ਆਨੰਦ ਮਾਣੀਏ, ਮਸਤੀਆਂ ਕਰਗੇ, ਅਯਾਸ਼ੀਆਂ ਕਰਗੇ। ਪਰ ਕਹਿੰਦਾ ਵੀ ਅਸੀਂ ਦੋਵਾਂ ਦੇ ਵਿੱਚੋਂ ਪਹਿਲਾ ਤਰੀਕਾ ਚੁਣ ਲੈਨੇ ਆ, ਦੂਜਾ ਨਹੀਂ ਚੁਣਿਆ ਕਦੇ। ਫਿਰ ਉਸ ਤੋਂ ਬਾਅਦ ਕਹਿੰਦੇ ਭਾਰਤੀ ਮੰਤਰੀ ਨੂੰ ਸਵਾਲ ਕੀਤਾ ਉਸੇ ਪੱਤਰਕਾਰ ਨੇ, ਕਹਿੰਦਾ ਵੀ ਤੁਸੀਂ ਇਹਦੇ ਮਤਲਬ ਕੀ ਕਹੋਗੇ। ਕਹਿੰਦਾ ਦੇਖੋ ਜੀ ਗੱਲ ਇਹ ਆ ਵੀ ਚੁਣਨਾ ਤਾਂ ਅਸੀਂ ਵੀ ਪਹਿਲਾ ਤਰੀਕਾ ਹੀ ਸੀ, ਪਰ ਪਹਿਲਾ ਤਰੀਕਾ ਜਾਪਾਨ ਵਾਲੇ ਚੁਣੀ ਬੈਠੇ ਆ, ਇਸ ਕਰਕੇ ਸਾਨੂੰ ਅਕਸਰ ਹੀ ਦੂਜਾ ਚੁਣਨਾ ਪੈਂਦਾ। ਇਹ ਵੀ ਠੀਕ ਹੈ। ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਕਈ ਤਰੀਕੇ ਹੁੰਦੇ ਨੇ ਮੰਤਰੀਆਂ ਕੋਲ। ਕਹਿੰਦਾ ਅਸੀਂ ਲੜਾਈ ਥੋੜੀ ਕਰਨੀ ਆ, ਉਹਨਾਂ ਨੇ ਪਹਿਲਾ ਲੈ ਲਿਆ, ਆਪਾਂ ਦੂਜਾ ਲੈ ਲਿਆ। ਹਾਂ, ਅਸੀਂ ਇੱਥੇ ਹੀ ਖੁਸ਼ ਹਾਂ। ਸੋ ਖੈਰ ਚਲੋ ਬਾਕੀ ਗੱਲਾਂ ਛੱਡੋ। ਟਾਣਾ ਸਾਹਿਬ ਮੁਬਾਰਕਾਂ ਤੁਹਾਨੂੰ। ਕਾਦੀਆਂ? ਇੰਨੀਆਂ ਸਾਰੀਆਂ ਪਾਰਟੀਆਂ ਦੀ ਅਪਾਰ ਸਫਲਤਾ ਤੋਂ ਬਾਅਦ ਇੱਕ ਹੋਰ ਨਵੀਂ ਪਾਰਟੀ ਬਣਨ ਜਾ ਰਹੀ। ਦੇਖੋ ਮੈਨੂੰ ਨਾ ਹੈਰਾਨੀ ਹੋਈ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਵੀ ਜਿਹੜੇ ਵੀ ਪੰਜਾਬ ਪੱਖੀ ਆ ਉਹ ਸਾਡੀ ਨਵੀਂ ਪਾਰਟੀ ਨਾਲ ਜੁੜਨਗੇ। ਅੱਛਾ ਜੀ। ਜਿਹੜੇ ਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਅੱਕੇ ਹੋਏ ਹੋਣਗੇ ਜਾਂ ਬਿਲਕੁਲ ਅੱਡ ਹੋਏ ਹੋਣਗੇ, ਉਹਨਾਂ ਦੇ ਲਈ ਸਾਡੀ ਨਵੀਂ ਪਾਰਟੀ ਦੇ ਵਿੱਚ ਬੜੀ ਵਧੀਆ ਥਾਂ ਹੋਊਗੀ। ਮੈਂ ਇਹ ਸੋਚਿਆ ਦੇਖੋ ਪੰਜਾਬ ਦੇ ਵਡੇਰੇ ਹਿੱਤਾਂ ਵਾਸਤੇ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਏ, ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਛੱਡ ਕੇ ਕਾਂਗਰਸ ਨੂੰ ਅਕਾਲੀ ਦਲ 'ਚ ਆ ਗਏ। ਫਿਰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਅਕਾਲੀ ਦਲ ਪੰਥਕ ਖੜਾ ਕਰ ਲਿਆ। ਫਿਰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਪੰਥਕ ਦਾ ਕਾਂਗਰਸ ਦੇ ਵਿੱਚ ਰਲੇਵਾਂ ਕਰ ਲਿਆ। ਫਿਰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਕੁਝ ਕੁ ਹਫ਼ਤੇ ਪਹਿਲਾਂ ਅਸਤੀਫਾ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ, ਤੇ ਫਿਰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੁਣ ਉਹ ਕੇਂਦਰ ਦੇ ਮੰਤਰੀਆਂ ਨਾਲ ਮਿਲ ਰਹੇ ਆ, ਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਹ ਇੱਕ ਨਵੀਂ ਪਾਰਟੀ ਬਣਾਉਣ ਲੱਗੇ ਆ। ਵਡੇਰੇ ਹਿੱਤ ਕਿਤੇ ਛੋਟੇ ਨਹੀਂ ਹੁੰਦੇ, ਜਦੋਂ ਪੰਜਾਬ ਦੇ ਹਿੱਤ ਵਡੇਰੇ ਆ ਤੇ ਫਿਰ ਵੱਡੇ ਵੱਡੇ ਕੰਮ ਕਰਨੇ ਪੈਂਦੇ ਆ। ਟਾਣਾ ਸਾਹਿਬ ਤੁਸੀਂ ਤਾਂ ਬੋਤਲੇ ਹੀ ਫਰੋਲ ਕੇ ਰੱਖ ਦਿੱਤੇ ਨੇ। ਵਡੇਰੇ ਹਿੱਤ ਫਿਰ ਇਹੀ ਹੁੰਦੇ ਆ। ਨਹੀਂ, ਇੰਨੇ ਵੀ ਵਡੇਰੇ ਨਹੀਂ ਹੁੰਦੇ ਜਿੰਨੇ ਬਣਾਈ ਬੈਠੇ ਆ। ਇਹ ਵਡੇਰੇ ਹਿੱਤ ਜਿਹੜੇ ਆ ਉਹ ਇੰਨੀਆਂ ਪਾਰਟੀਆਂ ਦੇ ਵਿੱਚੋਂ ਦੀ ਨਿਕਲ ਕੇ ਆਉਂਦਿਆਂ ਹੋਇਆ ਅਜੇ ਤੱਕ ਵੀ ਹਿੱਤਾਂ ਦੇ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਨਜ਼ਰ ਆਈ, ਕਿਤੇ ਵੀ ਕੋਈ ਕੰਮ ਨਹੀਂ ਹੁੰਦਾ ਹੋਇਆ ਨਜ਼ਰ ਆਇਆ। ਨਾਲੇ ਦੂਸਰੀ ਗੱਲ ਇਹ ਹੈ ਕਿ ਕੀ ਕਿਹਾ ਸੀ ਕੈਪਟਨ ਸਾਹਿਬ ਨੇ, ਜਿਹੜੇ ਲੋਕ ਪੰਜਾਬ ਦੇ ਹਿਤੈਸ਼ੀ ਆ, ਪੰਜਾਬ ਹਿਤੈਸ਼ੀ ਆ, ਪੰਜਾਬ ਦਾ ਦਰਦ ਰੱਖਦੇ ਆ, ਪੰਜਾਬ ਦਾ ਫਿਕਰ ਤੇ ਜ਼ਿਕਰ ਕਰਦੇ ਆ। ਇੱਕ ਗੱਲ ਕਵਾਂ, ਨਵਜੋਤ ਸਿੰਘ ਸਿੱਧੂ ਕਹਿੰਦੇ ਆ ਮੈਂ ਪੰਜਾਬ ਹਿਤੈਸ਼ੀ ਆ, ਬਹੁਤ ਜ਼ਿਆਦਾ ਦਰਦ ਫਿਕਰ ਤੇ ਜ਼ਿਕਰ ਰੱਖਦਾ ਪੰਜਾਬ ਦਾ। ਉਹਨਾਂ ਲਈ ਜਗ੍ਹਾ ਹੈ ਇਸ ਪਾਰਟੀ 'ਚ? ਦੇਖੋ ਮੈਨੂੰ ਨਹੀਂ ਪਤਾ ਵੀ ਕਿਹਦੇ ਲਈ ਕਿੰਨੀ ਕੁ ਥਾਂ ਹੈਗੀ ਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਕਿ ਬਣਾਈ। ਅੱਛਾ ਜੀ। ਉਹਨਾਂ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦਿੱਤੀ ਆ ਤੇ ਉਹਦੇ ਬਾਰੇ ਬੜੀ ਚਰਚਾ ਛਿੜੀ ਹੈ ਤੇ ਅਖਬਾਰਾਂ ਦੇ ਵਿੱਚ ਵੀ ਗੱਲ ਆ ਗਈ। ਉਹ ਕਹਿੰਦੇ ਵੀ ਪਾਰਟੀ ਬਣਾਵਾਂਗੇ। ਅੱਛਾ ਜੀ। ਕਿਸਾਨੀ ਮਸਲਾ ਜੇਕਰ ਹੱਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਬੀਜੇਪੀ ਦੇ ਨਾਲ ਗੱਠਜੋੜ ਕਰਾਂਗੇ। ਫਿਰ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਿਹੜਾ ਸੰਯੁਕਤ ਅਕਾਲੀ ਦਲ ਆ ਤੇ ਉਹਨੂੰ ਵੀ ਅਸੀਂ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ, ਤੇ ਅਸੀਂ ਬਾਕੀ ਵੱਖ-ਵੱਖ ਪਾਰਟੀਆਂ ਦੇ ਨਾਲ ਵੀ ਗੱਠਜੋੜ ਕਰਨ ਨੂੰ ਤਿਆਰ ਆ, ਅਕਾਲੀਆਂ ਤੇ ਕਾਂਗਰਸੀਆਂ ਤੋਂ ਸਿਵਾ। ਅੱਛਾ ਜੀ। ਤੇ ਉਹ ਕਹਿੰਦੇ ਦੇਖੋ ਜੀ ਪੰਜਾਬ ਦੇ ਵਿੱਚ ਇੱਕ ਨਵੀਂ ਸਵੇਰ ਲੈ ਕੇ ਆਵਾਂਗੇ। ਓਕੇ। ਹੁਣ ਮੈਨੂੰ ਇਉਂ ਲੱਗਦਾ ਵੀ ਇਹਨਾਂ ਨੂੰ ਕਿਉਂਕਿ 25-28 ਸਾਲ ਹੋ ਗਏ ਆ ਮੁੱਖ ਮੰਤਰੀ ਦਾ ਉਹਦੇ ਤੋਂ ਅਸਤੀਫਾ ਦਿੱਤਾ ਆ, ਲੋਕ ਤਾਂ ਭੁੱਲ ਗਏ ਹੋਣੇ ਆ। ਹਾਂਜੀ। ਕਿਉਂਕਿ ਹੁਣ ਪੀੜ੍ਹੀ ਹੈ ਜਿਹੜੀ ਉਦੋਂ ਜੰਮੇ ਸੀ ਉਹ ਹੁਣ ਜਵਾਨ ਹੋ ਗਿਆ। ਹਾਲੇ ਜਨਾਬ 1.5 ਮਹੀਨਾ ਨਹੀਂ ਹੋਇਆ ਆਪ ਜੀ ਨੂੰ ਗਿਆ, ਤੇ ਲੋਕਾਂ ਨੂੰ ਸਭ ਪਤਾ ਵੀ ਭਾਈ 99% ਦੀ ਵਾਅਦੇ ਕਿਵੇਂ ਪੂਰੇ ਹੋਏ ਸੀਗੇ। ਹਾਂ, 99.2% ਦੀ ਸੀ ਉਹ, ਤੇ ਸਿਰਫ 11% ਦੀ ਖਾਤਰ ਆਪਾਂ ਪਾਰਟੀ ਬਣਾਉਣ ਲੱਗੇ ਆ। ਇੰਨੇ ਗਾਲੇ। ਹਾਂ ਦੇਖੋ, ਇਹ 11% ਨਹੀਂ ਮੈਨੂੰ ਲੱਗਦਾ ਕਿ ਅਸਤੀਫਾ ਉਧਰੋਂ ਦਵਾਇਆ ਕਿ ਲੋਕ ਸਵਾਲ ਕਰਨ ਲੱਗੇ ਸੀ ਵੀ 99% ਤਾਂ ਕਰਤੇ ਪੂਰੇ, 11% ਕੌਣ ਕਰੂਗਾ। ਦੇਖੋ 11% ਵੀ ਹੋਣੇ ਚਾਹੀਦੇ ਸੀ। ਬਾਕੀ ਗੱਲ ਇਹ ਹੈ ਕੋਈ ਵੀ ਪਾਰਟੀ ਬਣਾਏ, ਕੋਈ ਵੀ ਸੱਤਾ 'ਚ ਆਏ, ਕੋਈ ਵੀ ਚੋਣਾਂ 'ਚ ਖੜਾ ਹੋਵੇ, ਕੋਈ ਵੀ ਸਿਆਸਤ ਨੂੰ ਜੀ ਆਇਆਂ ਨੂੰ ਕਵੇ, ਪਰ
ਪੰਜਾਬ ਬਾਰੇ ਤਾਂ ਕੁਝ ਸੋਚੇ। ਬਿਲਕੁਲ ਸਹੀ। ਸਾਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਆ, ਚਾਹੇ ਉਹ ਅਕਾਲੀ ਦਲ ਹੋਏ, ਸੰਯੁਕਤ ਅਕਾਲੀ ਦਲ ਹੋਏ, ਕਾਂਗਰਸ ਹੋਏ, ਲੋਕ ਇਨਸਾਫ ਪਾਰਟੀ ਹੋਏ, ਬਸਪਾ ਹੋਏ, ਭਾਜਪਾ ਹੋਏ, ਆਮ ਆਦਮੀ ਪਾਰਟੀ ਹੋਏ, ਕੋਈ ਵੀ ਹੋਏ, ਪਰ ਲੋਕਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ। ਜਿਹੜੇ ਜਿਤਾਉਂਦੇ ਆ ਉਹ ਨਾ ਕਦੇ ਹਾਰਨ ਦਿਓ, ਬੇਨਤੀ ਬਸ ਇੰਨੀ ਆ। ਜਿਹੜੇ ਲੋਕਾਂ ਨੇ ਕੱਲੀ ਕੱਲੀ ਵੋਟ ਕਤਾਰ ਦੇ ਵਿੱਚ ਲੱਗ ਕੇ ਪਾਈ ਹੁੰਦੀ ਆ, ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਦਾਸੀ ਛਾਈ ਆ, ਉਹਨੂੰ ਕਦੇ ਨਾ ਕਦੇ ਪੜ੍ਹਨ ਦੀ ਕੋਸ਼ਿਸ਼ ਕਰਿਓ। ਬਿਲਕੁਲ। ਮੈਨੂੰ ਤਾਂ ਕਦੇ ਕਦੇ ਹੈਰਾਨੀ ਹੁੰਦੀ ਹੈ ਵੀ ਪੰਜਾਬ ਦੇ ਕਈ ਨੇਤਾਵਾਂ ਦੇ ਧੀਆਂ ਪੁੱਤ ਬਾਹਰਲੇ ਮੁਲਕਾਂ 'ਚ ਅਸਲ ਦੇ ਵਿੱਚ ਉਹ ਸਮਝਦੇ ਆ ਵੀ ਅਸੀਂ ਇੰਨਾ ਕੁ ਡੋਬਤਾ ਵੀ ਸਾਡੇ ਵਾਲੇ ਵੀ ਇੱਥੇ ਸੁਰੱਖਿਅਤ ਨਹੀਂ। ਸੱਚ ਹੈ। ਤੇ ਦੂਜਿਆਂ ਨੂੰ ਕਹਿੰਦੇ ਵੀ ਭਾਈ ਅਸੀਂ ਵਿਦੇਸ਼ਾਂ ਦੇ ਵਿੱਚ ਜਾਣ ਤੋਂ ਨਿਆਣੇ ਰੋਕਾਂਗੇ, ਪਹਿਲਾਂ ਆਪਦੇ ਤਾਂ ਮੋੜ ਲਿਆਓ। ਹਾਂ, ਮੋੜ ਲਿਆਉਣਗੇ ਜਿੱਦਣ ਉਹਨਾਂ ਨੇ ਵੀ ਰਾਜ ਕਰਨਾ ਹੋਏਗਾ ਸਾਡੇ ਤੇ, ਕਿਉਂਕਿ ਲੀਡਰ ਦੇ ਘਰ ਹਮੇਸ਼ਾ ਲੀਡਰ ਪੈਦਾ ਹੁੰਦਾ ਹੈ, ਆਮ ਲੋਕਾਂ ਦੇ ਘਰ, ਵੋਟਰਾਂ ਦੇ ਘਰ ਹਮੇਸ਼ਾ ਵੋਟਰ ਪੈਦਾ ਹੁੰਦਾ। ਬਿਲਕੁਲ। ਹਰਮਨ ਜੀ, ਨਿਹੰਗ ਸਿੰਘ ਅਮਨ ਸਿੰਘ ਦੇ ਵੱਲੋਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਗਈ ਆ। ਉਹਨਾਂ ਨੇ ਕਿਹਾ ਜੀ ਕਿ ਆਹ ਜਿਹੜੀ ਵੀਡੀਓ ਆ ਨਾ, ਜਿਹਦੇ ਵਿੱਚ ਲਖਬੀਰ ਸਿੰਘ ਮਰਨ ਤੋਂ ਪਹਿਲਾਂ ਇਹ ਗੱਲ ਕਹਿ ਰਿਹਾ ਜੀ ਕਿ 30,000 ਰੁਪਈਆ ਕੁਛ ਇੱਦਾਂ ਦੀਆਂ ਗੱਲਾਂ ਵਿੱਚੋਂ ਆ ਰਹੀਆਂ, ਜੋ ਕਿ ਦਾਅਵਾ ਕੀਤਾ ਜਾ ਰਿਹਾ ਵੀ ਇਹਦੇ ਵੱਲੋਂ ਕਬੂਲਨਾਮਾ ਕੀਤਾ ਜਾ ਰਿਹਾ, ਕਬੂਲ ਕੀਤਾ ਜਾ ਰਿਹਾ ਵੀ 30,000 ਰੁਪਈਆ ਸਾਨੂੰ ਮਿਲਿਆ ਸੀ। ਇੱਕ ਨੰਬਰ ਵੀ ਉਹਦੇ ਵੱਲੋਂ ਦੱਸਿਆ ਜਾ ਰਿਹਾ। ਹੁਣ ਇਹ ਗੱਲ ਰੌਲੇ ਘੋਲੇ ਜਿਹੇ ਦੇ ਵਿੱਚ ਕੰਨਾਂ ਦੇ ਵਿੱਚ ਘੱਟ ਪੈਂਦੀ ਹੈ, ਉੜਦੀ ਜੇ ਪੈਂਦੀ ਹੈ। ਸੋ ਇਸ ਮਾਮਲੇ ਦੇ ਉੱਤੇ ਲੋਕਾਂ ਦੇ ਆਪੋ ਆਪਣੇ ਵਿਚਾਰ ਆ ਵੀ ਇਸ ਵੀਡੀਓ ਨੂੰ ਅਸੀਂ ਕਿੰਨਾ ਕੁ ਅਥੈਂਟਿਕ, ਕਿੰਨਾ ਕੁ ਤੱਥਾਂ ਭਰਪੂਰ ਮੰਨੀਏ। ਜੀ ਬਿਲਕੁਲ। ਪਰ ਦੂਜੀ ਮਹੱਤਵਪੂਰਨ ਗੱਲ ਇਹ ਹੈ ਬਈ ਨਿਹੰਗ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਜੋ ਤੋਮਰ ਸਾਹਿਬ ਦੇ ਕੋਲੇ ਮੈਂ ਗਿਆ ਸੀ, ਉਹਨਾਂ ਦੇ ਕੋਲੇ ਗਏ ਸੀਗੇ ਬੇਅਦਬੀਆਂ ਦੇ ਖਿਲਾਫ, ਵੀ ਬੇਅਦਬੀਆਂ ਕਿਹੜੀ ਗੱਲੋਂ ਹੋ ਰਹੀਆਂ। ਉਹਨਾਂ ਨੇ ਸਾਨੂੰ 10 ਲੱਖ ਰੁਪਈਆ ਦੇਣ ਦੀ ਗੱਲ ਕੀਤੀ, ਅਸੀਂ ਮੰਨੇ ਨਹੀਂ। ਉਹਨਾਂ ਨੇ ਘੋੜੇ ਵਾਪਸ ਲੈ ਜਾਓ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੱਕ ਕੇ ਲੈ ਜਾਓ, ਪਰ ਅਸੀਂ ਮੰਨੇ ਨਹੀਂ। ਉਹਨਾਂ ਨੇ ਲੱਖ ਰੁਪਈਆ ਮੱਥਾ ਟੇਕਿਆ, ਟਰਾਲੀ ਬਣਾ ਕੇ ਦਿੱਤੀ, ਇਹ ਗੱਲਾਂ ਉਹਨਾਂ ਨੇ ਕਬੂਲ ਕੀਤੀਆਂ। ਪਰ ਹੁਣ ਗੱਲ ਇੱਥੇ ਸਵਾਲ ਦੇ ਰੂਪ ਦੇ ਵਿੱਚ ਹੈ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਨਾਲ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਆਪਾਂ ਨਾਲ ਨਹੀਂ ਲੈ ਕੇ ਗਏ। ਜੇ ਤਾਂ ਬੇਅਦਬੀ ਦੇ ਮਾਮਲੇ ਤੇ ਮਿਲਣ ਗਏ ਆ ਤਾਂ ਵੀ ਤਾਂ ਇਹ ਗੱਲ ਮੀਡੀਆ ਦੇ ਵਿੱਚ ਆਉਣੀ ਚਾਹੀਦੀ ਸੀ ਵੀ ਉਹਨਾਂ ਨੇ ਸਾਨੂੰ ਆਹ ਗੱਲ ਕਹੀ ਤੇ ਅਸੀਂ ਬੇਅਦਬੀਆਂ ਦਾ ਇੰਨਾ ਵੱਡਾ ਮੁੱਦਾ ਚੁੱਕਿਆ। ਜੇ ਅੱਜ ਵੀ ਇਹ ਖਬਰਾਂ, ਅੱਜ ਵੀ ਇਹ ਤਸਵੀਰਾਂ ਸਾਹਮਣੇ ਨਾ ਆਉਂਦੀਆਂ ਤਾਂ ਸ਼ਾਇਦ ਹੁਣ ਵੀ ਇਹਦੇ ਮੁਤਲਕ ਉੱਤਰ ਨਾ ਦਿੱਤਾ ਜਾਂਦਾ। ਸੋ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ ਵੀ ਸਾਰੇ ਕੁਝ ਦਾ ਨਿਤਾਰਾ ਹੋਵੇ ਤੇ ਕਿਸਾਨ ਅੰਦੋਲਨ ਬਚਿਆ ਰਵੇ, ਸੰਘਰਸ਼ ਲਗਾਤਾਰ ਅੱਗੇ ਤੋਂ ਅੱਗੇ ਰਵੇ ਤੇ ਏਕਾ ਬਣਿਆ ਰਵੇ ਤੇ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਵਾਛੜ ਨਾ ਕੀਤੀ ਜਾਵੇ। ਟਾਣਾ ਸਾਹਿਬ, ਕੁਝ ਇੱਕ ਸਵਾਲ ਨੇ ਜਿਹੜੇ ਜ਼ਿਹਨ ਦੇ ਵਿੱਚ ਆਉਂਦੇ ਨੇ। ਮੈਂ ਇਹ ਨਹੀਂ ਕਹਿ ਰਹੀ ਵੀ ਕੋਈ ਵੀ ਪਾਸਾ ਜਿਹੜਾ ਉਹ ਬਿਲਕੁਲ ਝੂਠਾ ਹੈ ਜਾਂ ਕੋਈ ਵੀ ਪਾਸਾ ਬਿਲਕੁਲ ਸੱਚਾ ਹੈ, ਪਰ ਜੋ ਹਰ ਇੱਕ ਆਮ ਬੰਦੇ ਦੇ ਜ਼ਿਹਨ 'ਚ ਸਵਾਲ ਆ ਰਿਹਾ, ਮੈਂ ਉਹ ਸਵਾਲ ਕਰਨਾ ਚਾਹੁੰਦੀ ਹਾਂ ਕਿ ਠੀਕ ਹੈ, ਬਾਬਾ ਅਮਨਦੀਪ ਸਿੰਘ ਹੋਰੀ ਕਹਿੰਦੇ ਕਿ ਅਸੀਂ ਬੇਅਦਬੀਆਂ ਦੇ ਖਿਲਾਫ ਜਾ ਕੇ ਤੇ ਫਿਰ ਮਿਲਿਆ ਨਰਿੰਦਰ ਸਿੰਘ ਤੋਮਰ ਨੂੰ, ਪਰ ਨਰਿੰਦਰ ਸਿੰਘ ਤੋਮਰ ਪ੍ਰਧਾਨ ਮੰਤਰੀ ਨਹੀਂ ਹੈ, ਉਹ ਖੇਤੀਬਾੜੀ ਮੰਤਰੀ ਹੈ ਤੇ ਖੇਤੀਬਾੜੀ ਮੰਤਰੀ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਸਕਦਾ। ਅਗਲੀ ਗੱਲ ਇਹ ਆ ਵੀ ਜਿਹੜਾ ਬੇਅਦਬੀਆਂ ਦਾ ਮਾਮਲਾ, ਬਹੁਤ ਦੁੱਖ ਹੈ ਇਸ ਗੱਲ ਦਾ, ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਬਿਲਕੁਲ। ਪਿਛਲੀ ਸਰਕਾਰ ਦੇ ਮੌਕੇ ਵੀ ਬੇਅਦਬੀਆਂ ਹੋਈਆਂ, ਹੁਣ ਵੀ ਹੋ ਰਹੀਆਂ, ਵੱਖ-ਵੱਖ ਥਾਵਾਂ ਤੇ ਹੋ ਰਹੀਆਂ, ਹਿਰਦੇ ਬਲੂੰਦਰੇ ਜਾਂਦੇ ਆ, ਇਹ ਗੱਲ ਸੱਚੀ ਆ। ਔਰ ਇਨਸਾਫ ਮਿਲਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ, ਇਸ ਤੋਂ ਪਹਿਲਾਂ ਮਿਲਣਾ ਚਾਹੀਦਾ ਸੀ। 7 ਸਾਲ ਬਾਅਦ ਇਨਸਾਫ ਨਾ ਦੀ ਕੋਈ ਚੀਜ਼ ਮਿਲੇ, ਇਹਦਾ ਵੀ ਕਾਹਦਾ ਇਨਸਾਫ ਆ। ਪਰ ਗੱਲ ਇਹ ਆ ਵੀ ਇਹ ਸੂਬੇ ਦਾ ਮਸਲਾ, ਇਹ ਸੂਬੇ ਦੀ ਸਰਕਾਰ ਦੇ ਹੱਥ ਦੀ ਗੱਲ ਆ। ਬਿਲਕੁਲ। ਸੋ ਇਸ ਮਾਮਲੇ ਦੇ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ, ਇਹ ਵਰਤਮਾਨ ਸਰਕਾਰਾਂ ਨੂੰ, ਅਧਿਕਾਰੀਆਂ ਨੂੰ ਘੇਰਾ ਪੈਣਾ ਚਾਹੀਦਾ। ਨਾ ਕਿ ਆਪਾਂ ਇਹ ਗੱਲ ਕਹਿ ਦਈਏ ਜੀ ਕਿਸ ਤਾਂ ਫਲਾਣੀ ਥਾਂ ਤੇ ਗਏ ਸੀ, ਆਪਾਂ ਇੱਥੇ ਗਏ ਆ ਕਿਸਾਨ ਅੰਦੋਲਨ ਦੇ ਲਈ। ਕਿਸਾਨ ਅੰਦੋਲਨ ਦੇ ਵਿੱਚ ਕੁਝ ਵੀ ਹੁੰਦਾ ਉਹਦਾ ਨਾਂ ਲੱਗਦਾ ਕਿਸਾਨੀ ਅੰਦੋਲਨ ਦਾ। ਇਹ ਗੱਲ ਕਹੀ ਜਾਂਦੀ ਕਿ ਕਿਸਾਨਾਂ ਨੇ ਆਹ ਕਰਤਾ, ਕਿਸਾਨਾਂ ਦੇ ਅੰਦੋਲਨ ਚਾਹ ਹੋ ਗਿਆ, ਜਿਹਦੇ ਕਰਕੇ ਇਸ ਮਾਮਲੇ ਦੇ ਉੱਤੇ ਬਹੁਤ ਸਾਰੀ ਕਿੰਤੂ ਪਰੰਤੂ ਉੱਠੀ ਹੈ। ਸੋ ਆਪਸ ਦੇ ਵਿੱਚ ਗਾਲ ਦੁੱਪੜ ਕਰਨ ਦੀ ਥਾਂ ਤੇ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਹੁਣ ਵੀ ਜਿਹੜੇ ਨਿਹੰਗ ਸਿੰਘ ਨੇ, ਰਾਜਾ ਰਾਮ ਸਿੰਘ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਸਾਡਾ ਫਿਰ ਕੀ ਲੱਗਦਾ ਜੇਕਰ ਨਾ ਕੋਈ ਉਹਨੇ ਸਪਸ਼ਟੀਕਰਨ ਦਿੱਤਾ ਇਸ ਮਾਮਲੇ ਦੇ ਉੱਤੇ, ਸਾਫ਼ ਤੇ ਸਪਸ਼ਟ ਗੱਲ ਨਾ ਕੀਤੀ ਤਾਂ ਅਸੀਂ ਬਣਦੀ ਕਾਰਵਾਈ ਉਹਨਾਂ ਦੇ ਉੱਤੇ ਵੀ ਕਰਾਂਗੇ। ਗੱਲ ਇਹ ਹੈ ਟਾਣਾ ਸਾਹਿਬ, ਸਰਕਾਰਾਂ ਕਦੋਂ ਕੀ ਕਰ ਜਾਂਦੀਆਂ ਨੇ ਆਪਾਂ ਕੋਈ ਵੀ ਸਮਝ ਨਹੀਂ ਸਕਦਾ। ਇੱਕ ਸਵਾਲ ਹੋਰ ਜਿਹੜਾ ਵਾਰ-ਵਾਰ ਜ਼ਿਹਨ ਦੇ ਵਿੱਚ ਆਉਂਦਾ ਉਹ ਇਹ ਹੈ, ਇਹ ਵੀ ਤਾਂ ਹੋ ਸਕਦਾ ਹੈ ਕਿ ਇਹ ਸਾਰਾ ਕੁਝ ਸਰਕਾਰਾਂ ਵੱਲੋਂ ਕਰਵਾਇਆ ਗਿਆ ਹੋਵੇ, ਕਿਉਂਕਿ ਜਿਹੜੀਆਂ ਸਰਕਾਰਾਂ ਕਿਸਾਨਾਂ ਨੂੰ ਮਿਲਣ ਦੇ ਲਈ ਤਾਂ ਸਮਾਂ ਨਹੀਂ ਦੇ ਰਹੀਆਂ, ਕਿਸਾਨਾਂ ਨਾਲ ਤਾਂ ਗੱਲ ਕਰਕੇ ਉਹ ਰਾਜ਼ੀ ਨਹੀਂ ਹੈਗੀਆਂ, ਉਹ ਸਰਕਾਰਾਂ ਨਿਹੰਗ ਸਿੰਘ ਨੂੰ ਮਿਲ ਰਹੀਆਂ ਨੇ, ਉਹਨਾਂ ਕੋਲ ਉਹਨਾਂ ਦੇ ਲਈ ਸਮਾਂ ਹੈ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਤਾਂ ਗੜਬੜੀ ਲੱਗਦੀ ਹੈ। ਬਿਲਕੁਲ। ਤੇ ਇੱਕ ਹੋਰ ਮਹੱਤਵਪੂਰਨ ਗੱਲ ਆ ਵੀ ਤੁਸੀਂ ਗੱਲ ਦੇ ਵਿੱਚ ਸਰੂਪਾ ਹੀ ਕਿਹੜੀ ਗੱਲੋਂ ਪਾਉਨੇ ਆ ਜੀ। ਜਦੋਂ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਜਾਂ ਹਰਿਆਣੇ 'ਚ ਜਾਂ ਹੋਰ ਵੱਖ-ਵੱਖ ਥਾਵਾਂ ਤੇ ਤਾਂ ਬੋਰਡ ਇਹ ਲੱਗੇ ਵੀ ਨੇਤਾਵਾਂ ਨੂੰ ਅਸੀਂ ਪਿੰਡ 'ਚ ਨਹੀਂ ਵੜਨ ਦੇਣਾ, ਕਾਲੇ ਕਾਨੂੰਨਾਂ ਦੇ ਕਰਕੇ ਇੰਨੇ ਕਿਸਾਨ ਆ ਜਿਹੜੇ ਉਹ ਮੌਤ ਦੀ ਬੁੱਕਲ 'ਚ ਚਲੇ ਗਏ, ਤੇ ਆਪਾਂ ਕਿਹੜੀ ਗੱਲੋਂ ਅੰਦਰ ਖਾਤੇ ਮਿਲ ਗਏ, ਮਗਰਲੇ ਦਰਵਾਜ਼ੇ ਥਾਣੀ ਕਿਹੜੀ ਗੱਲੋਂ ਆਪਾਂ ਮਿਲ ਗਏ। ਜੇ ਹੁਣ ਕੱਲ ਨੂੰ ਕੋਈ ਕਿਸਾਨ ਆਗੂ ਜਾ ਕੇ ਮਿਲੇ ਤੇ ਬਾਅਦ 'ਚ ਪੈ ਜੇ ਰੌਲਾ
ਤੇ ਫਿਰ ਕਿਸਾਨ ਆਗੂ ਇਹ ਗੱਲ ਕਵੇ ਵੀ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਸਰਕਾਰ ਦਾ ਟਾਕਰਾ ਕਰਨ ਦੇ ਲਈ, ਤਾਂ ਸਵਾਲ ਤਾਂ ਇਹ ਉੱਠੂਗਾ ਵੀ ਬੱਤੀਆਂ ਜਣਿਆਂ ਨੂੰ ਪੁੱਛ ਕੇ ਗਏ ਸੀ ਪਹਿਲਾਂ, ਜੀ ਬਿਲਕੁਲ। ਜਦੋਂ ਪਰਦੇ ਨਾਲ ਗਏ ਤਾਂ ਫਿਰ ਆਪਦੀ ਆਪੇ ਨਹੀਂ ਜੱਠੋ। ਜੀ ਹੁਣ ਆਪਾਂ ਇਹ ਗੱਲ ਕਹਿੰਦੇ ਵੀ ਸਾਰੇ ਮੇਰਾ ਸਾਥ ਦੇਣ, ਤੇ ਫਿਰ ਇਸ ਗੱਲ ਦਾ ਉੱਤਰ ਦੇਣਾ ਚਾਹੀਦਾ ਵੀ ਉਦੋਂ ਅਸੀਂ ਕੀ ਸਾਰਿਆਂ ਨੂੰ ਭਰੋਸੇ ਦੇ ਵਿੱਚ ਲੈ ਕੇ ਉੱਥੇ ਗਏ ਸੀ, ਬਿਲਕੁਲ। ਕੀ ਉਦੋਂ ਗੱਲ ਨੂੰ ਨਸ਼ਰ ਕਰਕੇ ਆਪਾਂ ਗਏ ਸੀ। ਔਰ ਇੱਕ ਹੋਰ ਜਿਹੜੀ ਵੱਡੀ ਚੀਜ਼ ਜ਼ਹਿਨ ਚ ਆਉਂਦੀ ਹੈ ਉਹ ਇਹ ਹੈ ਕਿ ਟੈਣਾ ਸਾਹਿਬ ਤਸਵੀਰ ਆਈ ਕਿੱਥੋਂ, ਜਿਹਨੇ ਖਿੱਚੀ, ਇਹ ਬਾਬਾ ਅਮਨਦੀਪ ਸਿੰਘ ਨੇ ਤਾਂ ਨਹੀਂ ਖਿੱਚੀ ਹੋਊਗੀ ਤੇ ਨਾ ਹੀ ਉਹਨਾਂ ਨੇ ਵਾਇਰਲ ਕੀਤੀ ਹੋਊਗੀ ਵੀ ਆਹ ਦੇਖੋ ਜੀ ਮੈਂ ਤਾਂ ਮਿਲ ਕੇ ਆਇਆ। ਜਿਨ੍ਹਾਂ ਨੇ ਖਿੱਚੀ ਤੇ ਜਿਨ੍ਹਾਂ ਨੇ ਖਿਚਵਾਈ ਇਹ ਤਸਵੀਰ, ਵਾਇਰਲ ਵੀ ਤਾਂ ਉਹਨਾਂ ਨੇ ਕੀਤੀ ਨਾ। ਹਾਂ, ਇਹ ਵੀ ਅਸੀਂ ਗੱਲ ਕਹਿੰਦੇ ਆ ਵੀ ਭਾਈ ਫੋਟੋ ਕਿਸੇ ਵੀ ਬੰਦੇ ਦੇ ਨਾਲ ਹੋਵੇ, ਇਹਦਾ ਮਤਲਬ ਕਸੂਰਵਾਰ ਨਹੀਂ ਬਣ ਜਾਂਦਾ, ਪਰ ਕਿਹੜੇ ਮੌਕੇ ਦੇ ਉੱਤੇ ਮਿਲੇ ਆ, ਬਿਲਕੁਲ ਕਿੱਥੋਂ ਉੱਠ ਕੇ ਉੱਥੇ ਗਏ ਆ, ਇਹ ਗੱਲਾਂ ਬਹੁਤ ਮਹੱਤਵਪੂਰਨ ਆ। ਤੇ ਇਹ ਗੱਲਾਂ ਹੁਣ ਜਦੋਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਤੇ ਫਿਰ ਇਹਨਾਂ ਗੱਲਾਂ ਦਾ ਸੰਤੁਸ਼ਟੀਜਨਕ ਉੱਤਰ ਮਿਲਣਾ ਚਾਹੀਦਾ, ਜਿਹੜਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਹਾਲੇ ਤੱਕ ਮਿਲਿਆ ਨਹੀਂਗਾ। ਬਾਕੀ ਮੁੱਖ ਦੀ ਗੱਲ ਇਹ ਹੈ ਟੈਣਾ ਸਾਹਿਬ ਵੀ ਉੱਥੇ ਬਹੁਤ ਸਾਰੇ ਮਜ਼ਦੂਰ ਕਿਸਾਨ ਬੈਠੇ ਨੇ ਔਰ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਹੈ ਨਹੀਂ ਪਰ ਜ਼ਮੀਰਾਂ ਨੇ, ਉਹਨਾਂ ਨਾਲ ਧੋਖਾ ਨਹੀਂ ਹੋਣਾ ਚਾਹੀਦਾ। ਇਹ ਗੱਲ ਕਿਸਾਨ ਆਗੂਆਂ ਦੇ ਉੱਪਰ ਵੀ ਉਸੇ ਤਰ੍ਹਾਂ ਲਾਗੂ ਹੁੰਦੀ ਹੈ, ਇਹ ਗੱਲ ਨਿਹੰਗ ਸਿੰਘਾਂ ਦੇ ਉੱਪਰ ਵੀ ਉਸੇ ਤਰ੍ਹਾਂ ਲਾਗੂ ਹੁੰਦੀ ਹੈ, ਇਹ ਸਾਡੇ ਤੁਹਾਡੇ ਸਾਰਿਆਂ ਦੇ ਉੱਪਰ ਇਸੇ ਤਰੀਕੇ ਨਾਲ ਲਾਗੂ ਹੁੰਦੀ ਹੈ ਕਿ ਜਿਹੜੇ ਲੋਕ ਪਿਛਲੇ ਲਗਭਗ 1 ਸਾਲ ਤੋਂ ਡਟੇ ਹੋਏ ਨੇ, ਜਿਹੜੇ ਇਨਸਾਫ ਚਾਹੁੰਦੇ ਨੇ, ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ, ਉਹਨਾਂ ਨਾਲ ਧੋਖਾ ਕਰਨ ਦਾ ਸਾਨੂੰ ਤੁਹਾਨੂੰ ਕੋਈ ਹੱਕ ਨਹੀਂ ਹੈ। ਕਿਸੇ ਨੂੰ ਵੀ ਕੋਈ ਹੱਕ ਨਹੀਂ, ਨਾ ਕਿਸੇ ਪੱਤਰਕਾਰ ਨੂੰ ਆ, ਨਾ ਕਿਸੇ ਕਿਸਾਨ ਆਗੂ ਨੂੰ ਆ, ਨਾ ਕਿਸੇ ਹੋਰ ਸਹਿਯੋਗੀ ਜਥੇਬੰਦੀ ਨੂੰ ਆ। ਪਰ ਗੱਲ ਇਹ ਵੀ ਆ ਵੀ ਨਿਹੰਗ ਸਿੰਘਾਂ ਦੇ ਉੱਤੇ ਸਾਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਉੱਤੇ ਮਾਣ ਵੀ ਆ, ਪਰ ਜਦੋਂ ਇਧਰ ਕੋਈ ਨਾ ਕੋਈ ਸਵਾਲ ਉੱਠੂਗਾ, ਨੁਕਤਾ ਉੱਠੂਗਾ ਕਿਸੇ ਇੱਕ ਦੇ ਉੱਤੇ, ਭਾਵੇਂ ਦੋਵਾਂ ਤੇ ਭਾਵੇਂ ਪੰਜਾਂ ਦੇ ਉੱਤੇ, ਤਾਂ ਫਿਰ ਇਹ ਗੱਲ ਬਹੁਤ ਵੱਡੀ ਬਣਦੀ ਆ। ਤੇ ਇਹ ਗੱਲ ਵੱਡੀ ਬਣਨ ਤੋਂ ਪਹਿਲਾਂ ਹੀ ਇਹਦਾ ਸੰਤੁਸ਼ਟੀਜਨਕ ਉੱਤਰ ਮਿਲਣਾ ਚਾਹੀਦਾ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ, ਵਧੋ। ਤੁਸੀਂ ਆਉਣ ਦਿਓ ਟੈਣਾ ਸਾਹਿਬ। ਦੇਖੋ ਗੱਲ ਇਹ ਆ ਵੀ ਕਈ ਵਾਰੀ ਨਾ ਅਸੀਂ ਕਲਪ ਜਾਂਦੇ ਆ ਜੀ, ਕਲਪ ਕੇ ਗੱਲ ਕਹਿੰਦੇ ਵੀ ਯਾਰ ਤੂੰ ਕਰ ਲੈ ਫਿਰ ਆਹ ਕੰਮ, ਜੇ ਤੂੰ ਕਰ ਸਕਦਾ ਤਾਂ ਤੂੰ ਕਰਕੇ ਦਿਖਾ ਦੇ, ਤੈਨੂੰ ਤਾਂ ਮੰਨਾ। ਇਹ ਗੱਲ ਕਦੋਂ ਪੈਦਾ ਹੁੰਦੀ ਆ? ਜਦੋਂ ਇਹ ਲੱਗੇ ਜੀ ਕਿ ਮੈਂ ਆਪਦੇ ਵੱਲੋਂ ਜਿੰਨਾ ਕੁ ਕਰ ਸਕਦਾ ਉਹਨਾਂ ਕਰੀ ਤਾਂ ਜਾਣਾ, ਪਰ ਤੁਹਾਨੂੰ ਹਲੇ ਵੀ ਨਹੀਂ ਤਸੱਲੀ। ਪਤਾ ਲੱਗਾ ਜੀ ਕਿ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਰਾਤ ਦੇ ਵੇਲੇ ਮੀਟਿੰਗ ਕਰਵਾਈ ਗਈ ਆ। ਇਸ ਮੀਟਿੰਗ ਦੇ ਵਿੱਚ ਹਾਈ ਕਮਾਨ ਦੇ ਕੁਝ ਸੀਨੀਅਰ ਆਗੂ ਵੀ ਸੀਗੇ। ਇਹ ਗਿਲੇ ਸ਼ਿਕਵੇ ਖਤਮ ਹੋ ਜਾਣ, ਇਸ ਤਰੀਕੇ ਦੀਆਂ ਗੱਲਾਂ ਹੋਈਆਂ। ਕਹਿੰਦੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਹ ਨੁਕਤਾ ਚੁੱਕਿਆ ਵੀ ਉਹ 13 ਨੁਕਾਤੀ ਪ੍ਰੋਗਰਾਮ ਕਿੱਥੇ ਆ ਜਿਹਦਾ ਆਪਾਂ ਹੱਲ ਕਰਨਾ ਸੀ, ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਤੇ ਉਹ ਮਸਲੇ ਹਾਲੇ ਵੀ ਨਹੀਂ ਹੱਲ ਹੋ ਰਹੇ। ਤੇ ਕਹਿੰਦੇ ਵੀ ਉੱਥੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਵੀ ਯਾਰ ਫਿਰ ਐਂ ਕਰੋ 2 ਮਹੀਨੇ ਵਾਸਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ, ਨਾਲੇ ਦੇਖ ਲਾਂਗੇ ਵੀ ਇਹਦੀ ਕਿਹੋ ਜਿਹੀ ਪਰਫਾਰਮੈਂਸ ਆਉਂਦੀ ਆ। ਉਹ ਕਹਿੰਦਾ ਮੈਂ ਆਪਦੇ ਵੱਲੋਂ ਕਰੀ ਤਾਂ ਜਾਣਾ ਸਾਰਾ ਕੁਝ। ਕੀ ਕਰਦੇ ਨੇ ਹੋਰ ਚੰਨੀ ਸਾਹਿਬ? ਹਾਂ ਮੈਨੂੰ ਹਾਸਾ ਤਾਂ ਆ ਰਿਹਾ ਟੈਣਾ ਸਾਹਿਬ ਕਿ ਠੀਕ ਹੈ, ਅਸੀਂ ਮੰਨਦੇ ਹਾਂ ਕਿ ਉਹ ਜਿਹੜੇ 13 ਨੁਕਾਤੀ ਪ੍ਰੋਗਰਾਮ ਨੇ ਉਹ ਬਿਲਕੁਲ ਸਹੀ ਨੇ, ਉਹ ਮੁੱਦਿਆਂ ਦੇ ਹੱਲ ਹੋਣੇ ਚਾਹੀਦੇ ਆ, ਲੋਕ ਵੀ ਚਾਹੁੰਦੇ ਨੇ, ਪਰ ਗੱਲ ਨਾਲ ਦੀ ਨਾਲ ਇਹ ਵੀ ਹੈ ਕਿ ਸਭ ਕੁਝ ਇੱਕਦਮ ਨਹੀਂ ਹੋ ਸਕਦਾ। ਇਹ ਲਗਾਤਾਰ ਕਰਨ ਵਾਲੇ ਕੰਮ ਸੀ ਜੀ, ਜੋ ਕਿ ਕਾਂਗਰਸ ਦੀ ਸਰਕਾਰ ਸੀ ਜੀ, ਉਹਦੇ ਵਿੱਚ ਸਿੱਧੂ ਸਾਹਿਬ ਵੀ ਮੰਤਰੀ ਸੀ, ਉਸੇ ਪਾਰਟੀ ਦੇ ਵਿੱਚ ਹੀ ਵਿਧਾਇਕ ਆ, ਉਸੇ ਪਾਰਟੀ ਦੇ ਹੁਣ ਪ੍ਰਧਾਨ ਸਾਹਿਬ ਆ। ਉਹਨਾਂ ਦੀ ਬੇਵਸੀ ਪਹਿਲਾਂ ਵੀ ਸੀ ਤੇ ਬੇਵਸੀ ਅੱਜ ਵੀ ਹੈ। ਬਿਲਕੁਲ ਸਹੀ। ਮੁੱਖ ਮੰਤਰੀ ਬਦਲਤਾ, ਕਾਂਗਰਸ ਦਾ ਪ੍ਰਧਾਨ ਬਦਲ ਗਿਆ, ਪਰ ਮਸਲੇ ਨਹੀਂ ਹੱਲ ਹੋਏ। ਔਰ ਸਭ ਤੋਂ ਵੱਡੀ ਪੀੜਤਾ ਪੰਜਾਬ ਦੇ ਲੋਕਾਂ ਨੂੰ, ਹਰਮਨ ਜੀ, ਬਿਲਕੁਲ ਸਹੀ। ਪੰਜਾਬ ਦੇ ਲੋਕਾਂ ਨੇ ਜਿਹੜੀ ਉਮੀਦ ਦੇ ਤਹਿਤ ਵੋਟਾਂ ਪਾਈਆਂ ਉਹ ਤਾਂ ਖਤਮ ਹੀ ਹੋ ਗਈ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟੈਣਾ ਸਾਹਿਬ, 4.5 ਸਾਲ ਪਹਿਲਾਂ ਵੀ ਤਾਂ ਸਿੱਧੂ ਸਾਹਿਬ ਕਾਂਗਰਸ 'ਚ ਹੀ ਸੀ। 4.5 ਸਾਲ ਪਹਿਲਾਂ ਵੀ ਇਹ ਮੁੱਦੇ ਜਿਉਂਦੇ ਤਿਉਂ ਹੀ ਖੜੇ ਸੀ। ਲੋਕ ਉਦੋਂ ਵੀ ਸਵਾਲ ਕਰਦੇ ਸੀ ਤੇ ਆਪਾਂ ਨੂੰ ਇੱਕਦਮ ਅਖੀਰਲੇ 6 ਮਹੀਨਿਆਂ ਦੇ ਵਿੱਚ ਇਹ ਮੁੱਦੇ ਕਿਉਂ ਚੇਤੇ ਆਉਣ ਲੱਗ ਗਏ? ਇਹ ਸਭ ਨੂੰ ਉਦੋਂ ਚੇਤੇ ਆਉਂਦੇ ਆ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਇਕੱਲੇ ਮੁੱਦੇ ਆ, ਇਹਨਾਂ ਮੁੱਦਿਆਂ ਦਾ ਹੱਲ ਕਿਤੇ ਵੀ ਨਹੀਂਗਾ। ਬਿਲਕੁਲ ਸਹੀ। ਇਹਨਾਂ ਮੁੱਦਿਆਂ ਦਾ ਹੱਲ ਕੌਣ ਕਰੂਗਾ? ਸਵਾਲਾਂ ਦਾ ਸਵਾਲ ਤਾਂ ਇਹ ਆ। ਜਿਹਨੂੰ ਕੁਰਸੀ ਮਿਲ ਜਾਂਦੀ ਆ ਉਹ ਕਹਿੰਦਾ ਮੈਂ ਮਜਬੂਰ ਵੀ ਆ ਪਰ ਮੈਂ ਤਨਦੇਹੀ ਨਾਲ ਕੰਮ ਕਰ ਰਿਹਾ। ਜਿਹਨੂੰ ਨਹੀਂ ਮਿਲੀ ਹੁੰਦੀ ਉਹ ਕਹਿੰਦਾ ਮੈਂ ਪਾਉਂਦਾ ਪੜਾਕੇ, ਪਰ ਜਦੋਂ ਉਹਨੂੰ ਮਿਲ ਜਾਂਦੀ ਕਹਿੰਦਾ ਮੈਂ ਤਾਂ ਮਜਬੂਰ ਹਾਂ। ਨਾਲੇ ਗੱਲ ਇਹ ਹਰ ਇੱਕ ਨੂੰ ਆਪਣੇ ਅਹੁਦੇ ਦੇ ਲਿਹਾਜ਼ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਜਿਹੜੇ ਵੀ ਅਹੁਦੇ ਦੇ ਉੱਪਰ ਹੋ ਉੱਥੇ ਜਿਹੜੀਆਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਦੇ ਉੱਪਰ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰੇ ਕਰੋ, ਸਵਾਲ ਵੀ ਕਰੋ। ਇਹ ਤੁਹਾਡਾ ਹੱਕ ਹੈ, ਸਵਾਲ ਕਰਨਾ ਚਾਹੀਦਾ। ਲੋਕ ਤੁਹਾਨੂੰ ਕਹਿੰਦੇ ਨੇ, ਲੋਕ ਤੁਹਾਨੂੰ ਪਸੰਦ ਕਰਦੇ ਨੇ ਤੇ ਇਸ ਲਈ ਤੁਸੀਂ ਲੋਕਾਂ ਦੇ ਬਿਹਾਫ ਤੇ, ਲੋਕਾਂ ਦੇ ਪੱਧਰ ਦੇ ਉੱਪਰ ਸਵਾਲ ਕਰੋਗੇ, ਹਨਾ, ਲੋਕਾਂ ਦੇ ਸਵਾਲਾਂ ਨੂੰ ਅੱਗੇ ਰੱਖੋਗੇ। ਪਰ ਜੇਕਰ ਤੁਸੀਂ ਆਪਣੇ ਪ੍ਰਧਾਨਗੀ ਵਾਲੇ ਕੰਮ ਪਿੱਛੇ ਛੱਡ ਕੇ ਤੇ ਸਿਰਫ ਇੱਕ ਹੀ ਮੁੱਦਾ ਅੱਗੇ ਕਰੀ ਜਾਓਗੇ, ਸਿਰਫ ਇੱਕ ਹੀ ਗੱਲ ਪੁੱਛੀ ਜਾਓਗੇ, ਤੇ ਫਿਰ ਲੋਕ ਵੀ ਖਿੱਚ ਜਾਂਦੇ ਨੇ ਵੀ ਸਿੱਧੂ ਸਾਹਿਬ ਇਹ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ। ਸਵਾਲ ਤਾਂ ਠੀਕ ਹੈ ਕਰਨਾ ਚਾਹੀਦਾ, ਵਾਜਬ ਹੈ, ਪਰ ਨਾਲ ਦੀ ਨਾਲ ਮੈਨੂੰ ਇਹ ਲੱਗਦਾ ਹੈ ਕਿ ਥੋੜਾ ਜਿਹਾ ਬੰਦੇ ਨੂੰ ਆਪਣੇ ਕੰਮਾਂ ਵੱਲ ਵੀ ਖਿਆਲ ਕਰਨਾ ਚਾਹੀਦਾ। ਬਿਲਕੁਲ ਜੀ। ਤੇ ਇੱਕ ਗੱਲ ਹੋਰ ਆ ਵੀ ਸਿੱਧੂ ਸਾਹਿਬ ਨੇ 3 ਦਿਨ ਚੰਨੀ ਸਾਹਿਬ ਨੂੰ ਬੜਾ ਘੁਮਾਇਆ,
ਬੜਾ ਉਂਗਲ ਫੜ ਕੇ ਵੀ ਤੋਰਿਆ, ਬਾਂਹ ਫੜ ਕੇ ਲੈ ਕੇ ਬਾਂਹ ਜਾਂਦੇ ਫੜ ਸੀ। ਕੇ ਮੋਢੇ ਤੇ ਹੱਥ ਰੱਖ ਕੇ ਚੰਨੀ ਬਾਈ ਉਰੇ ਆ, ਚੰਨੀ ਬਾਈ ਉਰੇ ਆ। ਹਾਂ, ਉਦੋਂ ਕੀ ਇਹ ਪ੍ਰਤੀਤ ਹੁੰਦਾ ਸੀ ਵੀ ਮਸਲੇ ਹੱਲ ਹੋ ਜਾਣਗੇ, ਤੇ ਹੁਣ ਇੱਕਦਮ ਕਿਉਂ ਪ੍ਰਤੀਤ ਹੁੰਦਾ ਵੀ ਭਾਈ ਇਹ ਤਾਂ ਮਸਲੇ ਹੱਲ ਹੁੰਦੇ ਨਹੀਂ। ਹਾਲਾਂਕਿ ਅਸੀਂ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਨਸ਼ਾ ਮੁੱਕਿਆ ਨਹੀਂ ਜੀ ਪੰਜਾਬ ਦੇ ਵਿੱਚ ਰੇਤ ਮਾਫੀਆ ਉਵੇਂ ਹੀ ਆ, ਜੀ ਪੰਜਾਬ ਦੇ ਵਿੱਚ ਲੈਂਡ ਮਾਫੀਆ ਉਵੇਂ ਹੀ ਆ, ਪੰਜਾਬ ਦੇ ਵਿੱਚ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, ਕਿੱਥੇ ਘਰ ਘਰ ਨੌਕਰੀ ਮਿਲੀ ਆ। ਇਹ ਸਿਰਫ ਕਹਿਣ ਦੀਆਂ ਗੱਲਾਂ ਰਹਿ ਗਈਆਂ, ਪਰ ਇਹ ਮਸਲੇ ਸਾਰੇ ਦੇ ਸਾਰੇ ਹੁਣ ਚੰਨੀ ਸਾਹਿਬ ਆਪਦੀ ਮਜਬੂਰੀ ਦੱਸਦੇ ਕਿ ਮੈਂ 2 ਮਹੀਨੇ 'ਚ ਜੋ ਕਰ ਸਕਦਾ ਕਰੀ ਤਾਂ ਜਾਣਾ। ਬਿਲਕੁਲ ਸਹੀ। ਮਗਰਲੇ ਇਹ ਗੱਲ ਕਹਿੰਦੇ ਵੀ ਮੈਂ ਤਾਂ ਸਾਰੇ ਮਸਲੇ ਹੱਲ ਕਰ ਗਿਆ। ਨਾਲੇ ਗੱਲ ਇਹ ਹੈ ਵੀ ਚੰਨੀ ਸਾਹਿਬ ਹੁਣ ਜੋ ਮਰਜ਼ੀ ਕਹੀ ਜਾਣ, ਜਦੋਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਉਦੋਂ ਵੀ ਤਾਂ ਪਤਾ ਹੀ ਸੀ ਵੀ ਇਹ ਕੰਡਿਆਂ ਦਾ ਤਾਜ ਸਿਰ ਤੇ ਰੱਖਿਆ ਜਾਣਾ ਹੈ। ਜਿਹੜੀਆਂ ਗੱਲਾਂ ਪਿੱਛੇ ਹੁੰਦੀਆਂ ਰਹੀਆਂ ਨੇ ਉਹ ਕੰਮ ਮੋਰੇ ਕਰਕੇ ਦਿਖਾਉਣੇ ਪੈਣੇ, ਇਸ ਲਈ ਹੁਣ ਖਿਜਣ ਨਾਲ ਤਾਂ ਕੁਝ ਨਹੀਂ ਤੇ ਹੋਣਾ। ਇੱਕ ਮੇਰੀ ਨਿੱਜੀ ਤੌਰ ਤੇ ਚੰਨੀ ਸਾਹਿਬ ਨੂੰ ਹੋਰ ਬੇਨਤੀ ਆ, ਹਰ ਰੋਜ਼ ਅਖਬਾਰ ਦੇ ਵਿੱਚ ਇੱਕ ਸਫ਼ੇ ਦਾ ਇਸ਼ਤਿਹਾਰ ਆਉਂਦਾ ਵੀ ਅਸੀਂ ਆਹ ਕਰਤਾ, ਅਸੀਂ ਆ ਵੀ ਕਰਤਾ, ਆ ਸਾਰੇ ਹੋਰਡਿੰਗ ਵੀ ਬਦਲਤੇ, ਆ ਵੀ ਕਰਤਾ। ਹੁਣ ਤਾਂ ਜਿਹੜੇ ਹੋਰਡਿੰਗ ਵੱਡੇ ਵੱਡੇ ਆਦਮਕਦ ਬੋਰਡ ਲੱਗੇ ਆ ਉਹਨਾਂ ਦੇ ਉੱਤੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਤੇ ਚੰਨੀ ਸਾਹਿਬ ਦੀਆਂ ਫੋਟੋਆਂ ਲਾ ਕੇ ਤੇ ਚੰਨੀ ਬਾਈ ਕਰਦਾ ਮਸਲੇ ਹੱਲ ਆ ਲਿਖਤਾ। ਪਰ ਚੰਨੀ ਸਾਹਿਬ ਗੱਲ ਇਹ ਆ ਵੀ ਦਿਲ ਦੇ ਵਿੱਚ ਥਾਂ ਬਣਾਉਣੀ ਆ। ਇਹ ਬੋਰਡਾਂ ਬੂੜਾਂ ਵਾਲੀ ਗੱਲ ਤਾਂ ਰਹਿ ਜਾਂਦੀ ਪਿੱਛੇ, ਜਦੋਂ ਪੰਜਾਬ ਦੇ ਸਿਰ ਖਜ਼ਾਨਾ ਖਾਲੀ ਹੋੜ ਕਰਕੇ ਬੋਝ ਹੀ ਬੜਾ। ਹਾਲਾਂਕਿ ਤੁਸੀਂ ਕਿਹਾ ਵੀ ਕੋਈ ਖਜ਼ਾਨਾ ਖਾਲੀ ਨਹੀਂ, ਪਰ ਜਦੋਂ ਹੈਗਾ ਖਜ਼ਾਨਾ ਖਾਲੀ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ, ਤੇ ਫਿਰ ਆਪਾਂ ਪੰਜੀ ਵੀ ਕਿਹੜੀ ਗੱਲੋਂ ਫਾਲਤੂ ਖਰਚ ਗਏ। ਨਾਲੇ ਜਿਹੜੇ ਕੰਮ ਕੀਤੇ ਨਾ ਲੋਕਾਂ ਨੂੰ ਪਤਾ ਹੁੰਦਾ, ਹੁਣ ਜਦੋਂ ਰਹਿ ਹੀ 3 ਮਹੀਨੇ ਗਏ ਤੇ ਕੀਤੇ ਹੋਏ ਕੰਮ ਲੋਕਾਂ ਨੂੰ ਚੇਤੇ ਰਹਿਣਗੇ। ਲੋਕ ਗਜਨੀ ਥੋੜੀ ਆ ਵੀ ਲੋਕਾਂ ਨੂੰ ਚੇਤੇ ਨਹੀਂ ਰਹਿਣਾ। 3 ਮਹੀਨੇ ਪਹਿਲਾਂ ਕੀਤਾ ਗਿਆ ਕੋਈ ਵੀ ਕੰਮ ਲੋਕਾਂ ਦੇ ਚੇਤੇ ਚੋਂ ਨਹੀਂ ਨਿਕਲਦਾ। ਚਲੋ ਮੰਨਿਆ ਵੀ ਲੋਕ ਭੁੱਲਣਹਾਰ ਆ, ਲੋਕ 4 ਸਾਲ ਪਹਿਲਾਂ ਕੀਤੇ ਗਏ ਕੰਮ ਨੂੰ ਚੇਤੇ ਨਹੀਂ ਰੱਖਦੇ, ਪਰ ਤੁਸੀਂ ਇਹ ਕਹੋ ਵੀ ਮੈਂ ਨਹੀਂ ਬੱਸਾਂ ਦੇ ਉੱਤੇ ਆਪਦੇ ਬੋਰਡ ਲਵਾਉਣੇ, ਮੈਨੂੰ ਨਹੀਂ ਸੜਕਾਂ ਦੇ ਉੱਤੇ ਬੋਰਡ ਚਾਹੀਦੇ, ਮੈਨੂੰ ਨਹੀਂ ਇਦਾਂ ਦੀਆਂ ਗੱਲਾਂ ਬਾਤਾਂ ਦੀਆਂ ਚਾਹੀਦੀਆਂ, ਅਖਬਾਰਾਂ 'ਚ ਇਸ਼ਤਿਹਾਰ ਲਵਾਓ, ਮੈਂ ਤਾਂ ਕੰਮ ਕਰਕੇ ਦਿਖਾਉਣੇ ਆ, ਪੰਜੀ ਬਚਾਊਂਗਾ। ਹਰਮਨ ਜੀ, ਆਪਾਂ ਇਹ ਗੱਲ ਕਹਿੰਦੇ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਜੀ। ਪੰਜਾਬ ਦੇ ਵਿੱਚ ਦੇਖੋ ਇਸ ਵੇਲੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਹਰ ਪਿੰਡ ਦੇ ਵਿੱਚੋਂ ਹਰ ਹਫ਼ਤੇ ਵਾਰੀ ਸਿਰ ਕਿਸਾਨ ਜਾ ਰਹੇ ਆ, ਨੌਜਵਾਨ ਜਾ ਰਹੇ ਆ, ਬਜ਼ੁਰਗ ਜਾ ਰਹੇ ਆ, ਭੈਣਾਂ ਜਾ ਰਹੀਆਂ, ਵੀਰ ਜਾ ਰਹੇ ਆ ਵੀ ਅਸੀਂ ਬਾਰਡਰਾਂ ਦੇ ਉੱਤੇ ਪਹੁੰਚ ਕੇ ਹਾਜ਼ਰੀ ਲਵਾਈਏ। ਪੰਜਾਬ ਦੇ ਵਿੱਚ ਮਸਲੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਪਰ ਇਸੇ ਦਰਮਿਆਨ ਨਾ ਚੜੀ ਦੀ ਨਾ ਲੱਥੀ ਦੀ ਲੋਕਾਂ ਦੀ ਮਾਨਸਿਕਤਾ ਪਤਾ ਨਹੀਂ ਕਿਹੋ ਜੀ ਆ। ਲੁਧਿਆਣੇ ਦੇ ਵਿੱਚ ਇੱਕੋ ਵਿਆਹ ਦੀ ਖਬਰ ਆਈ ਆ। ਇੱਥੇ ਪਤਾ ਜੀ ਸਟੇਜ ਦੇ ਉੱਤੇ ਨਾ ਜਿਹੜੀਆਂ ਡਾਂਸ ਕਰਨ ਵਾਲੀਆਂ ਕੁੜੀਆਂ, ਸੱਭਿਆਚਾਰਕ ਪ੍ਰੋਗਰਾਮ ਵਾਲੀਆਂ ਕੁੜੀਆਂ, ਉਹ ਨੱਚ ਰਹੀਆਂ ਰਾਤ ਦੇ ਲਗਭਗ 1 ਵਜੇ ਦਾ ਵੇਲਾ। ਅੱਛਾ ਜੀ। ਉਹਨਾਂ ਕੁੜੀਆਂ ਦੇ ਉੱਤੇ ਪੈਸੇ ਸੁੱਟਣ ਦੀ ਖਾਤਰ ਮੁੰਡਿਆਂ ਦੇ 2 ਧੜੇ ਲੜ ਪਏ, ਗੋਲੀਆਂ ਵੀ ਚੱਲੀਆਂ, ਕੱਚ ਦੇ ਗਲਾਸ ਵੀ ਇੱਕ ਦੂਜੇ ਦੇ ਵੱਲ ਮਾਰੇ ਆ, 4 ਜਣੇ ਜ਼ਖਮੀ ਵੀ ਹੋਏ ਆ, ਹਸਪਤਾਲ ਦੇ ਵਿੱਚ ਭਰਤੀ ਵੀ ਆ। ਮੈਂ ਕਿਹਾ ਦੇਖੋ ਇਹਨਾਂ ਨੂੰ ਚੰਡੀ ਕਿਹੜੀ ਚੜੀ ਆ ਤੇ ਮੁਸ਼ਕਲ ਕਿਹੜੀ ਹੈ ਪੰਜਾਬ ਦੇ ਮੂਹਰੇ। ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਤਾਂ ਕਿਸੇ ਨੂੰ ਹੱਸਣਾ ਵੀ ਨਹੀਂ ਚਾਹੀਦਾ ਕਿਉਂਕਿ ਪੰਜਾਬ ਦੇ ਮੁੱਦੇ ਇੰਨੇ ਵੱਡੇ ਆ ਤੇ ਆ ਗੋਲੀਆਂ ਚਲਾਈ ਜਾਂਦੇ ਤੇ ਇਹਨਾਂ ਨੂੰ ਚੰਡੀ ਕਿਹੜੀ ਗੱਲ ਦੀ ਚੜੀ ਹੈ, ਇਹ ਪੁੱਛੋ ਹੁਣ। ਨਹੀਂ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਟਾਣਾ ਸਾਹਿਬ, ਤੁਸੀਂ ਕਹਿੰਦੇ ਹੋ ਪੰਜਾਬ ਦੇ ਮੁੱਦੇ, ਇਹਨਾਂ ਨੂੰ ਤਾਂ ਦਾਰੂ ਪੀ ਕੇ ਜੋ ਇਹ ਹਰਕਤਾਂ ਕਰਦੇ ਨੇ, ਇਹਨਾਂ ਨੂੰ ਤਾਂ ਆਪਣੇ ਘਰ ਦੇ ਮੁੱਦੇ ਵੀ ਭੁੱਲ ਜਾਂਦੇ ਹੋਣਗੇ ਵੀ ਘਰ ਦੇ ਵਿੱਚ ਕੀ ਸਮੱਸਿਆਵਾਂ ਨੇ, ਬਾਪੂ ਨੋਟ ਕਿੱਥੋਂ ਕਮਾ ਕੇ ਲਿਆਉਂਦਾ, ਮੈਂ ਆਪ ਕਮਾਈ ਕਿਵੇਂ ਕਰਦਾ ਹਾਂ, ਘਰ ਦੇ ਵਿੱਚ ਕਿਹੜੇ ਬਜ਼ੁਰਗ ਨੇ ਕਿਹੜੀ ਦਵਾਈ ਲੈਣੀ ਹੈ, ਹੋਰ ਕੀ ਮੁੱਦੇ ਖੜੇ ਨੇ, ਇਹਨਾਂ ਨੂੰ ਤਾਂ ਘਰ ਦੇ ਮਸਲੇ ਨਹੀਂ ਚੇਤੇ ਰਹਿੰਦੇ। ਬੇਬੇ ਦੀ ਐਡਕ ਦਾ ਕੋਈ ਖਿਆਲ ਨਹੀਂ, ਬਾਪੂ ਨੂੰ ਨਵੀਂ ਜੁੱਤੀ ਲੈ ਕੇ ਦੇਣੀ ਆ ਉਹਦਾ ਕੋਈ ਖਿਆਲ ਨਹੀਂ, ਘਰ ਦੇ ਵਿੱਚ ਪੀਪੇ 'ਚ ਆਟਾ ਹੈ ਕਿ ਨਹੀਂ ਉਹਦਾ ਕੋਈ ਖਿਆਲ ਨਹੀਂ, ਬਿਜਲੀ ਦਾ ਬਿੱਲ ਕਿਵੇਂ ਭਰਦਾ ਸਾਡਾ ਬਾਪੂ ਇਹਦਾ ਕੋਈ ਖਿਆਲ ਹੈ, ਖੇਤ ਦੇ ਵਿੱਚ ਸਾਡਾ ਬਾਪੂ ਕਿਵੇਂ ਕੰਮ ਕਰਦਾ, ਸਾਡਾ ਬਾਪੂ ਦੁਕਾਨ ਕਿਵੇਂ ਚਲਾਉਂਦਾ, ਸਾਡਾ ਬਾਪੂ ਘਰ ਕਿਵੇਂ ਚਲਾਉਂਦਾ, ਇਹਦਾ ਕੋਈ ਖਿਆਲ ਹੈ। ਦਾਰੂ ਪੀਓ, ਨੋਟਾਂ ਪਿੱਛੇ ਲੜ ਪਓ, ਅਖੇ ਨਾਲ ਕੁੜੀ ਦਾ ਨੱਚਣਾ, ਬਾਂਹ ਫੜ ਕੇ ਨੱਚਣਾ, ਨੋਟ ਮੈਂ ਸੁੱਟਣੇ ਆ ਤੇ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਗਏ। ਹੁਣ ਬਹੁਤ ਸ਼ਾਨ ਬਣ ਗਈ ਹੋਣੀ ਹੈ। ਦੇਖੋ ਗੱਲ ਇਹ ਹੈ ਵੀ ਤਸਵੀਰਾਂ ਅਖਬਾਰਾਂ ਦੇ ਵਿੱਚ ਛਪੀਆਂ ਨੇ, ਖਬਰਾਂ ਏਡੀਆਂ ਵੱਡੀਆਂ ਅਖਬਾਰਾਂ 'ਚ ਲੱਗੀਆਂ ਨੇ। ਸੋਚੋ ਉਹਨਾਂ ਪਰਿਵਾਰਾਂ ਦੇ ਉੱਪਰ ਕੀ ਬੀਤ ਰਹੀ ਹੋਊਗੀ ਜਿਨ੍ਹਾਂ ਦੇ ਪੁੱਤਰਾਂ ਨੇ ਆ ਸਾਰਾ ਕੁਝ ਕੀਤਾ। ਸੋ ਥੋੜਾ ਜਿਹਾ ਸੰਭਲੋ, ਥੋੜਾ ਜਿਹਾ ਸੋਚਣ ਦੀ ਲੋੜ ਹੈ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਹੋਛਾਪਣ ਛੱਡੋ, ਇਸ ਵੇਲੇ ਸਾਨੂੰ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਹੋਛਾਪਣ ਮਾਰ ਰਿਹਾ। ਜੇ ਅਸੀਂ ਹੋਛੇ ਨਾ ਹੋਈਏ, ਤਹਿਜ਼ੀਬ ਦੇ ਵਿੱਚ ਰਹੀਏ, ਤਰਕ ਦੇ ਨਾਲ ਗੱਲ ਕਰੀਏ ਤਾਂ ਮੇਰਾ ਖਿਆਲ ਆ ਵੀ ਆਪਣੇ ਅੱਧੋਂ ਵੱਧ ਮਸਲੇ ਹੱਲ ਹੋ ਜਾਣਗੇ। ਸਾਨੂੰ ਇਹ ਨਹੀਂ ਪਤਾ ਲਲਾ ਕਰਕੇ ਐਨੂੰ ਤੁਰ ਪਏ ਨੇ, ਲਲਾ ਕਰਕੇ ਐਨੂੰ ਤੁਰ ਪਏ ਨੇ। ਹਾਂ, ਸਾਡੇ ਅੰਦਰੋਂ ਸਬਰ ਮੁੱਕ ਗਿਆ ਨਾ ਟਾਣਾ ਸਾਹਿਬ। ਅਸੀਂ ਤਾਂ ਚਾਹੁੰਦੇ ਆ ਵੀ ਜੋ ਮੈਂ ਕਹਿਤਾ ਉਹੀ ਹੋਵੇ ਤੇ ਉਦੋਂ ਹੀ ਹੋਵੇ। ਸਾਡੇ ਅੰਦਰ ਸਬਰ ਨਾਂ ਦੀ ਚੀਜ਼ ਖਤਮ ਹੋ ਚੁੱਕੀ ਹੈ। ਅਸੀਂ ਹੁਣ ਇੱਥੋਂ ਕੰਮ ਲੈਣਾ ਬੰਦ ਕਰਦੇ ਜਾ ਰਹੇ ਹਾਂ। ਜਿਹੜੇ ਲੋਕ ਕੁਝ ਕਰਨਾ ਚਾਹੁੰਦੇ ਨੇ, ਜਿਹੜੇ ਵਾਕਈ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੇ ਨੇ, ਉਹਨਾਂ ਨੂੰ ਟੈਨਸ਼ਨਾਂ ਹੋਰ ਚੀਜ਼ ਦੀਆਂ ਨੇ, ਉਹਨਾਂ ਦੀਆਂ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਨੇ, ਪਰ ਇਦਾਂ ਦੇ ਲੋਕ ਪਤਾ ਹੀ ਨਹੀਂ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਨੇ। ਹੁਣ ਇਸ ਮਾਮਲੇ ਦੇ ਉੱਤੇ ਪਤਾ ਲੱਗਾ ਪੁਲਿਸ ਨੇ ਕਈ ਧਾਰਾਵਾਂ ਦੇ ਤਹਿਤ ਪਰਚਾ ਵੀ ਦਰਜ ਕੀਤਾ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਇਹ ਪੈਲਸ ਦਾ ਮਾਲਕ ਆ, ਜਿਹੜਾ ਰਿਜ਼ੋਰਟ ਦਾ ਮਾਲਕ ਆ, ਉਹਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਅੰਦਰ ਅਸਲਾ ਕਿਵੇਂ ਲੈ ਕੇ ਆਈ ਇੱਕ ਗੱਲ,
ਤੇ ਰਾਤ ਨੂੰ 10:30 11 ਵਜੇ ਤੱਕ ਹਰ ਥਾਂ ਦੇ ਉੱਤੇ ਪ੍ਰਸ਼ਾਸਨ ਕਹਿੰਦਾ ਵੀ ਡੀਜੇ ਵਜਾ ਸਕਦੇ ਆ, ਪਰ ਇੱਥੇ 1 ਵਜੇ ਤੱਕ, 1:15 ਵਜੇ ਤੱਕ ਵਜਾਇਆ ਗਿਆ। ਤੇ ਭਾਈ ਆਪ ਜੀ ਦੀ ਕਿਹੜੀ ਸਲਤਨਤ? ਪਰ ਇਹਦੇ ਨਾਲ ਨਾਲ ਟਾਣਾ ਸਾਹਿਬ ਜਿਹੜੀ ਕੋਈ ਪੁਲਿਸ ਚੌਂਕੀ ਨੇੜੇ ਹੈ, ਜਿਹੜੇ ਪੁਲਿਸ ਵਾਲੇ ਕੋਈ, ਕਿਉਂਕਿ ਰਾਤ ਨੂੰ ਕੀ ਪੁਲਿਸ ਵਾਲੇ ਪੈਟਰੋਲਿੰਗ ਤੇ ਨਹੀਂ ਨਿਕਲਦੇ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਦੇਖਣਾ ਪੁੱਛਣਾ ਵੀ ਭਾਈ ਇੰਨੇ ਵਜੇ ਤੱਕ ਡੀਜੇ ਕਿਵੇਂ ਚੱਲ ਰਿਹਾ, ਵੀ ਤੁਸੀਂ ਜਾ ਕੇ ਉੱਥੇ ਪੁੱਛੋ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਉਣ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਭਲਕ ਚ ਨਿਭਾਇਆ ਕਰਨ। ਪਰ ਕੀ ਸਾਡੀ ਬਤੌਰ ਨਾਗਰਿਕ ਕੋਈ ਜ਼ਿੰਮੇਵਾਰੀ ਨਹੀਂ ਕਿ ਅਸੀਂ ਪੁਲਿਸ ਦੀ ਡਾਂਗ ਨਾਲ ਹੀ ਸੂਤ ਆਵਾਂਗੇ? ਇਹ ਵੀ ਤਾਂ ਸਵਾਲ ਹੈ ਨਾ ਵੀ ਅਸੀਂ ਮਨੁੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ ਆਪਣਾ ਕਿਹੜਾ ਫਰਜ਼ ਅਦਾ ਕਰ ਰਹੇ ਹਾਂ? ਇਹਦਾ ਮਤਲਬ ਇਹ ਵੀ ਅਸੀਂ ਰਾਤ ਨੂੰ 2 ਵਜੇ ਤੱਕ ਗੰਦ ਪਾਵਾਂਗੇ, ਐਂ ਖਰੂਦ ਮਚਾਵਾਂਗੇ? ਜੇ ਤਾਂ ਪੁਲਿਸ ਨੇ ਆ ਕੇ ਰੋਕ ਲਿਆ ਉਹਦਾ ਫਰਜ਼ ਆ, ਸਾਡਾ ਫਰਜ਼ ਐਂ ਆ। ਬਿਲਕੁਲ ਸਹੀ ਆ। ਹਰਮਨ ਜੀ, ਬਹੁਤ ਵਾਰੀ ਨਾ ਭਾਂਡਿਆਂ ਦੇ ਪਿੱਛੇ ਵਿਆਹਾਂ ਦੇ ਵਿੱਚ ਰੌਲਾ ਪੈ ਜਾਂਦਾ ਜਦੋਂ ਉਹ ਆਪਾਂ ਟੈਂਟ ਵਾਲੇ ਨੂੰ ਸਮਾਨ ਚਕਾਉਣਾ ਹੁੰਦਾ ਤੇ ਫਿਰ ਉਹ ਭਾਂਡੇ ਗਿਣੇ ਜਾਂਦੇ, ਕਿਉਂਕਿ ਗਿਣ ਕੇ ਲਿਆਂਦੇ ਹੁੰਦੇ ਆ, ਤੇ ਬਾਅਦ ਦੇ ਵਿੱਚ ਨਾ ਵੀ ਆ ਚਮਚੇ ਘਟ ਗਏ, ਭਾਂਡੇ ਕਦੇ ਪੂਰੇ ਹੁੰਦੇ ਹੀ ਨਹੀਂ। ਪਰ ਇੱਕ ਗੱਲ ਦੱਸਾਂ ਟਾਣਾ ਸਾਹਿਬ, ਇਹ ਵੀ ਇੱਕ ਚੱਜ ਦਾ ਵਿਚਾਰ ਹੀ ਸਮਝਿਓ। ਕਹਿੰਦੇ ਕਿ ਜਦੋਂ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਵਿੱਚ ਜਦੋਂ ਟੈਂਟ ਵਾਲੇ ਆਉਂਦੇ ਨੇ ਸਮਾਨ ਇਕੱਠਾ ਕਰਨ ਦੇ ਲਈ, ਤੇ ਉਦੋਂ ਉਹ ਵੀ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਜੇ ਕਿਤੇ ਚਮਚ ਥੁੜ ਜਾਣ ਨਾ, ਚਮਚੇ ਥੁੜ ਜਾਣ, ਤੇ ਉਹ ਵੀ ਕਹਿ ਦਿੰਦੇ ਵੀ ਛੱਡ ਪਰਾਂ ਚਮਚੇ ਹੀ ਸੀ, ਸੋ ਇਸ ਲਈ ਚਮਚੇ ਕਦੇ ਨਾ ਬਣੋ। ਹਾਂ, ਤੇ ਚਮਚਾ ਦੀ ਪਰਵਾਹ ਵੀ ਨਾ ਕਰੋ। ਬਿਲਕੁਲ ਸਹੀ। ਉਸ ਤੋਂ ਅਗਲੀ ਗੱਲ ਇਹ ਆ ਵੀ ਚਲੋ ਉਹ ਕਹਿ ਦਿੰਦੇ ਆ ਕਈ ਵਾਰੀ ਵੀ ਭਾਈ ਉੱਕੇ ਪੁੱਕੇ ਲਾ ਲਓ ਯਾਰ, 500 ਚਮਚਾ ਖਵਾਇਆ ਇਹਨਾਂ ਨੇ ਵੀ ਇੰਨੇ ਕੇ ਪੈਸੇ ਉਹਦੇ ਪਾ ਲਓ ਜੀ, ਠੀਕ ਆ। ਤੇ ਗੱਲ ਇਹ ਆ ਵੀ ਲੋਕਾਂ ਦੀ ਵੀ ਆਦਤ ਆ, ਉਹ ਨਾ ਜਿੱਥੇ ਬੈਠੇ ਹੁੰਦੇ ਉੱਥੇ ਹੀ ਜਾ ਕੇ ਕੌਲੀ ਜੀ ਲੁਕਾਉਣਗੇ, ਪਤਾ ਲੱਗਦਾ ਵੀ ਥੱਲੇ ਕੰਬਲ ਚੋਂ ਕੌਲੀ ਨਿਕਲੀ ਹੈ, ਥੱਲੇ ਮੰਜੀ ਥੱਲੇ ਡੋਲਾ ਨਿਕਲਿਆ। ਬਾਅਦ ਚ ਘਰ ਵਾਲਿਆਂ ਨੂੰ ਵੀ ਪਤਾ ਲੱਗਦਾ ਜਦੋਂ ਵਿਚਾਰੇ ਵਿਆਹ ਤੋਂ ਬਾਅਦ ਸਫਾਈ ਸੁਫਾਈ ਜੀ ਕਰਦੇ ਆ ਨਾ, ਕਦੀ ਕਿਤੋਂ ਕੋਈ ਭਾਂਡਾ ਨਿਕਲ ਰਿਹਾ, ਕਿਤੋਂ ਕੋਈ ਚੀਜ਼ ਨਿਕਲ ਰਹੀ ਹੈ, ਉਹ ਬਾਅਦ ਚ ਹੀ ਪਤਾ ਲੱਗਦਾ ਹੁੰਦਾ ਵੀ ਕਿੱਥੇ ਕੀ ਕੀ ਲੁਕੋਗੇ। ਬਿਲਕੁਲ। ਤੇ ਇਸ ਕਰਕੇ ਭਾਈ ਭਾਂਡਿਆਂ ਦੀ ਕਦਰ ਕਰੀਏ, ਤੇ ਏਦਾਂ ਮਾੜੀ ਗੱਲ ਆ, ਇਹ ਨਹੀਂ ਕੁਝ ਕਰਨਾ ਚਾਹੀਦਾ। ਆਪਾਂ ਵਿਆਹ ਦੀ ਗੱਲ ਕਰ ਰਹੇ ਸੀ। ਹਾਂ ਬਿਲਕੁਲ, ਵਿਆਹ ਦੀ ਗੱਲ ਇਹ ਹੈ ਜੀ ਕਿ ਕੇਰਲਾ ਤੋਂ ਖਬਰ ਆਈ ਆ, ਮੀਂਹ ਪੈ ਗਿਆ ਚੋਖਾ, ਓਏ ਹੋਏ, ਗਲੀਆਂ 'ਚ ਭਰਿਆ ਪਾਣੀ, ਗੋਡੇ ਗੋਡੇ ਪਾਣੀ, ਗਿੱਟੇ ਗਿੱਟੇ ਪਾਣੀ, ਲੱਕ ਲੱਕ ਤੱਕ ਪਾਣੀ। ਅੱਛਾ, ਲਓ ਜੀ, ਉੱਥੇ ਮੁੰਡੇ ਕੁੜੀ ਦਾ ਵਿਆਹ, ਆਕਾਸ਼ ਤੇ ਐਸ਼ਵਰਿਆ ਦਾ। ਵੱਡਾ ਪਤੀਲਾ ਲਿਆਂਦਾ ਗਿਆ, ਵੱਡਾ ਪਤੀਲਾ, ਉਹਦੇ 'ਚ ਦੋਵੇਂ ਜਣੇ ਬੈਠ ਕੇ ਤੇ 500 ਮੀਟਰ ਤੱਕ ਗਏ ਆ ਤੈਰ ਕੇ, ਤੇ ਫਿਰ ਪਤਾ ਲੱਗਾ ਜੀ ਉਹਨਾਂ ਨੇ ਆਪਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਵਿਆਹ ਦੀਆਂ, ਯਾਨੀ ਕਿ ਪਤੀਲੇ ਨੇ ਆਹ ਸਾਥ ਵੀ ਦਿੱਤਾ। ਅੱਛਾ, ਹਾਂ, ਤੁਸੀਂ ਵੇਖੋ ਵੀ ਕਹਿੰਦੇ ਜਿਹਨੇ ਨਿਭਾਉਣੀ ਹੁੰਦੀ ਹੈ, ਜਿਹਨੇ ਵਿਆਹ ਕਰਾਉਣਾ ਹੁੰਦਾ, ਉਹ ਤਰ ਕੇ ਵੀ ਜਾਂਦੇ ਨੇ। ਇਹਨਾਂ ਨੂੰ ਕਿਸੇ ਸਿਆਣੇ ਨੇ ਨਹੀਂ ਕਿਹਾ ਵੀ ਘਰੋੜੀ ਬਹੁਤ ਖਾਦੀ ਹੋਣੀ ਹੈ? ਕਿਹੜੀ? ਜਿਹੜੀ ਉਹ ਥੱਲੇ ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਉਹ ਖਾਂਦਾ ਉਹਦੇ ਵਿਆਹ 'ਚ ਬਹੁਤ ਮੀਂਹ ਪੈਂਦਾ, ਸੋ ਹੋ ਸਕਦਾ ਵੀ ਇਹਨਾਂ ਨੇ ਵੀ ਕਿਤੇ ਖਾਦੀ ਖੁੱਦੀ ਹੋਵੇ। ਦੇਖੋ ਵੀ ਗੱਲ ਇਹ ਆ ਵੀ ਇਸ ਤਰੀਕੇ ਦੀਆਂ ਵੀ ਖਬਰਾਂ ਆਉਂਦੀਆਂ, ਇਸ ਤਰੀਕੇ ਦੀਆਂ ਉਦਾਹਰਨਾਂ ਵੀ ਮਿਲਦੀਆਂ। ਆ ਤੜਕੇ ਮੈਨੂੰ ਤੁਸੀਂ ਇਹ ਖਬਰ ਦੱਸੀ, ਕਹਿੰਦੇ ਕੋਈ ਨੋਕੀਆ ਦਾ ਮੋਬਾਈਲ ਹੀ ਆ ਗਿਆ। ਹੋਰ ਕੀ ਟਾਣਾ ਸਾਹਿਬ, ਇਹ ਨਾ ਅਸਮਾਨ ਯੂਨੀਵਰਸਿਟੀ ਆ ਇੱਕ। ਕੀ ਅਸਮਾਨ 'ਚ ਯੂਨੀਵਰਸਿਟੀ ਆ? ਅਸਮਾਨ 'ਚ ਨਹੀਂ, ਅਸਮਾਨ ਯੂਨੀਵਰਸਿਟੀ, ਮੈਡੀਕਲ ਯੂਨੀਵਰਸਿਟੀ ਆ। ਅੱਛਾ, ਅਸਮਾਨ। ਹਾਂ, ਉੱਥੋਂ ਦੇ ਡਾਕਟਰਾਂ ਨੇ ਇੱਕ ਬੰਦੇ ਦਾ ਆਪਰੇਸ਼ਨ ਕੀਤਾ 6 ਮਹੀਨੇ ਪਹਿਲਾਂ ਤੋਂ, ਮਤਲਬ 6 ਮਹੀਨੇ ਹੋ ਗਏ ਸੀ ਲਗਾਤਾਰ ਉਹਦੇ ਢਿੱਡ 'ਚ ਦਰਦ ਹੀ ਬਹੁਤ ਹੋਈ ਜਾਂਦਾ ਸੀ, ਬਹੁਤ ਹੋਈ ਜਾਂਦਾ ਸੀ, ਤੇ ਡਾਕਟਰਾਂ ਨੇ ਉਹਦੀ ਸਕੈਨਿੰਗ ਵਗੈਰਾ ਕੀਤੀ। ਅੱਗ ਫੂਸ ਖਾਦਾ ਹੋਣਾ ਕੋਈ? ਕੀ ਖਾਦਾ ਹੋਣਾ? ਅੱਗ ਫੂਸ ਖਾਂਦਾ ਹੋਣਾ, ਐਵੇਂ ਫਾਲਤੂ ਚੀਜ਼ਾਂ। ਇਹ ਘਾਹ ਫੂਸ ਤਾਂ ਹੁੰਦਾ ਹੈ, ਅੱਗ ਫੂਸ ਕੀ ਹੁੰਦਾ ਹੈ? ਘਾਹ ਨੂੰ ਜਦੋਂ ਅੱਗ ਲੱਗਦੀ ਆ ਫਿਰ ਠੀਕ ਹੈ, ਮੈਂ ਲਾਤੀ। ਹਾਂ, ਇਹ ਲਾਤੀ, ਪਰ ਨਹੀਂ, ਇਹ ਉਹ ਬੰਦਾ ਕਹਿ ਰਿਹਾ ਸੀ ਮੇਰਾ ਢਿੱਡ ਬਹੁਤ ਜ਼ਿਆਦਾ ਦੁਖ ਰਿਹਾ। ਜਦੋਂ ਡਾਕਟਰਾਂ ਨੇ ਸਕੈਨ ਸਕੂਨ ਕੀਤਾ, ਉਹ ਕਹਿੰਦੇ ਢਿੱਡ ਦੇ ਵਿੱਚ ਕੁਝ ਹੈ। ਹਾਂ, ਕੁਝ ਹੈ ਢਿੱਡ ਦੇ ਵਿੱਚ। ਪਿੱਤਾ ਹੈ? ਉਹ ਪਿੱਤਾ ਨਹੀਂ ਹੈ, ਉਸ ਤੋਂ ਇਲਾਵਾ ਵੀ ਕੁਝ ਹੈ। ਅੱਛਾ, ਡਾਕਟਰਾਂ ਨੇ ਉਹਦਾ ਆਪਰੇਸ਼ਨ ਕੀਤਾ, ਨੋਕੀਆ ਦਾ ਮੋਬਾਈਲ ਨਿਕਲਿਆ ਵਿੱਚੋਂ। ਅੱਛਾ, ਢਿੱਡ 'ਚੋਂ ਪੂਰਾ ਸਬੂਤਾ ਚਾਰਜ ਕੀਤਾ ਹੋਇਆ। ਮੈਂ ਚਲਾ ਕੇ ਵੇਖਿਆ ਸੀ। ਮੈਨੂੰ ਇਹ ਦੱਸੋ, ਕੈਪਸੂਲ ਸੀ, ਪਾਣੀ ਨਾਲ ਲੰਘ ਗਿਆ? ਉਹੀ ਤਾਂ ਡਾਕਟਰਾਂ ਨੂੰ ਸਮਝ ਨਹੀਂ ਆ ਰਹੀ। ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਬੂਤਾ ਫੋਨ ਨਿਗਲ ਕਿਵੇਂ ਗਿਆ। ਹਾਂ, ਪਰ ਬੰਦਾ ਨਿਗਲ ਗਿਆ। ਤੇ 6 ਮਹੀਨੇ ਬਾਅਦ ਇਹਦੇ ਪੀੜ ਹੋਣ ਲੱਗੀ। 6 ਮਹੀਨਿਆਂ ਤੋਂ ਲਗਾਤਾਰ ਹੋ ਰਹੀ ਸੀ। ਬੰਦਾ ਕਹਿੰਦਾ ਅੱਜ ਡਾਕਟਰ ਕੋਲ ਜਾਣਾ, ਕੱਲ ਡਾਕਟਰ ਠੀਕ ਹੈ, ਹੁਣ ਬਚ ਗਿਆ। ਹੋਰ ਡਾਕਟਰਾਂ ਨੇ ਆਪਰੇਸ਼ਨ ਕਰਤਾ। ਇਹਦੇ ਲਈ ਫੋਨ ਨਹੀਂ ਬਣੇ ਨਾ, ਇਹ ਚੱਬ ਜਾਂਦਾ। ਚੱਬਿਆ ਤਾਂ ਨਹੀਂ, ਨਿਗਲਿਆ। ਹੈਰਾਨੀ ਹੁੰਦੀ ਹੈ, ਪਤਾ ਨਹੀਂ ਕਿੱਦਾਂ ਨਿਗਲਿਆ ਹੋਊਗਾ। ਦੁਨੀਆ ਦੇ ਵਿੱਚ ਕੀ ਕੁਝ ਹੁੰਦਾ। ਬਿਲਕੁਲ ਸਹੀ ਹੈ। ਕੋਈ ਗਲਾਸ ਖਾ ਜਾਂਦਾ, ਕੋਈ ਚਮਚਾ ਨਾ ਖਾ ਜਾਂਦਾ। ਮੈਂ ਇੱਕ ਖਬਰ ਪੜ੍ਹੀ, ਕਹਿੰਦਾ ਬੁਰਸ਼ ਕਰਦਾ ਸੀ, ਬੁਰਸ਼ ਗਾਂ ਲੰਘ ਗਿਆ। ਮੈਂ ਕਿਹਾ ਉਹ ਕਿਹੜਾ ਐਡਾ ਸੀ, ਐਡਾ ਹੁੰਦਾ ਉਹ। ਲੋਕੀ ਕਿੱਲਾਂ ਖਾਈ ਜਾਂਦੇ ਆ, ਕੋਈ ਕੁਝ ਖਾਈ ਜਾਂਦਾ, ਕੋਈ ਕੁਝ ਖਾਈ ਜਾਂਦਾ, ਪਤਾ ਨਹੀਂ ਕੀ ਹੋ ਗਿਆ। ਰੋਟੀ ਖਾਓ, ਖਾਣ ਵਾਲੀ ਚੀਜ਼ ਖਾਓ, ਫਰੂਟ ਖਾਓ, ਫਲ ਖਾਓ। ਫਰੂਟ ਤੇ ਟੋਕਿਆ ਨਹੀਂ ਤੁਸੀਂ ਮੈਨੂੰ। ਹਾਂ, ਮੈਂ ਦੇਖੀ ਜਾਣਾ। ਹਾਂ, ਚਲੋ ਆਪਾਂ ਆਪਦੇ ਦਰਸ਼ਕਾਂ ਨੂੰ ਵੀ ਪੁੱਛ ਲਈਏ ਵੀ ਮੈਨੂੰ ਨਾ ਅੱਜ ਕੱਲ ਕੋਦਰੇ ਦਾ ਆਟਾ ਖਾਣ ਦੀ ਸਾਡੇ ਬਹੁਤ ਸਾਰੇ ਸਾਥੀਆਂ ਨੇ ਸਲਾਹ ਦਿੱਤੀ। ਉਹ ਕਹਿੰਦੇ ਵੀ ਕੋਦਰੇ ਦਾ ਆਟਾ ਸਭ ਨੂੰ ਖਾਣਾ ਚਾਹੀਦਾ। ਕੋਈ ਕਹਿੰਦਾ ਕੰਗਣੀ ਦਾ ਆਟਾ ਖਾਣਾ ਚਾਹੀਦਾ, ਕੋਈ ਕਹਿੰਦਾ ਵੀ ਬਦਲ ਕੇ ਆਟਾ ਖਾਣਾ ਚਾਹੀਦਾ, ਕਦੇ ਜੌਂ ਦਾ, ਕਦੇ ਬਾਜਰੇ ਦਾ, ਕਦੇ ਮੱਕੀ ਦਾ, ਕਦੇ ਕੋਈ ਕਈ ਕਹਿੰਦੇ ਕਈ ਕਿੰਨੇ ਸਾਰੇ ਆਟੇ ਦਾ ਰਲਾ ਕੇ ਫਿਰ ਖਾਣੇ ਚਾਹੀਦੇ, ਜਿਹਨੂੰ ਮਲਟੀਗ੍ਰੇਨਸ ਕਹਿੰਦੇ ਨੇ। ਆਏ ਹਾਏ, ਠੀਕ ਆ, ਅੰਗਰੇਜ਼ੀ 11 ਬੈਂਡ।
ਹੁਣ ਤਾਂ 12 ਹੋ ਠੀਕ ਗਏ। ਹੈ, ਤੇ ਸਾਡੀ ਦਰਸ਼ਕਾਂ ਨੂੰ ਬੇਨਤੀ ਹੈ ਵੀ ਤੁਸੀਂ ਕਣਕ ਦੇ ਆਟੇ ਦੇ ਨਾਲ ਹੋਰ ਕਿਹੜਾ ਕਿਹੜਾ ਖਾਦਾ ਜਾਂ ਖਾਣੇ ਹੋ, ਜੀ। ਤੇ ਜਿਹਨੇ ਵੀ ਕੋਧਰੇ ਦਾ ਜਾਂ ਕੰਗਣੀ ਦਾ ਜਾਂ ਕੋਈ ਵੀ ਆਟਾ ਖਾਦਾ ਉਹਨਾਂ ਨੂੰ ਸਿਹਤ ਦੇ ਵਿੱਚ ਕਿੰਨੇ ਕੁ ਫਰਕ ਨਜ਼ਰ ਆਏ ਆ ਤੇ ਕਿਹੜੇ ਕਿਹੜੇ, ਇਹ ਜ਼ਰੂਰ ਦੱਸਿਓ। ਬਿਲਕੁਲ ਜ਼ਰੂਰ ਦੱਸਿਓ, ਤੁਹਾਡੀ ਪ੍ਰਤੀਕਿਰਿਆ ਦੀ ਸਾਨੂੰ ਉਡੀਕ ਫਿਰ ਅਸੀਂ ਵੀ ਰਹੇਗੀ। ਉਹੋ ਜਿਹਾ ਖਾ ਲਾਂਗੇ। ਹੋਰ ਕੀ ਹੈ, ਹਾਂ ਖਾਣ ਵਾਲੀਆਂ ਚੀਜ਼ਾਂ ਖਾਣੀਆਂ ਤਾਂ 2 ਰੋਟੀਆਂ ਹੀ ਹਰਮਨ ਜੀ, ਬੰਦਾ ਜੋ ਮਰਜ਼ੀ ਕਰੀ ਜਾਵੇ। ਆਪਾਂ ਇੱਕ ਵੱਖਰਾ ਪ੍ਰੋਗਰਾਮ 2 ਫੁਲਕੇ ਖਾਣੇ ਆ ਟੈਣਾ ਸਾਹਿਬ, ਆਪਾਂ ਇਹਦੇ ਤੇ ਇੱਕ ਵੱਖਰਾ ਪ੍ਰੋਗਰਾਮ ਕਰ ਲਈਏ ਐਂ ਕਰਕੇ। ਠੀਕ ਆ। ਸੋ ਫਿਲਹਾਲ ਅਸੀਂ ਪ੍ਰੋਗਰਾਮ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਪ੍ਰਤੀਕਿਰਿਆ ਜ਼ਰੂਰ ਆਪਣੀ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।